ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਿਰਤ ਅਖੰਡਾਕਾਰ ਅਸ, ਵਿਦਿਆ ਨਾਮ ਸੁਜਾਨ। ਕਾਰਣ ਕਾਰਜ ਭੇਦ ਤੇ, ਦੁਬਿਧਾ ਹਾਨ ਅਗਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਔਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਦੇ ਪਵਿੱਤਰ ਪਾਵਨ ਸੱਚਖੰਡ ਦਰਬਾਰ ਅੰਦਰ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਮਹਾਨ ਭਗਤ ਨਾਮਦੇਵ ਜੀ ਦਾ ਅਵਤਰਨ ਦਿਹਾੜਾ, 750 ਸਾਲਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਆਸਥਾ ਤੇ ਸਤਿਕਾਰ ਸਹਿਤ ਮਨਾਉਣਾ ਕਰ ਰਹੇ। ਅੱਜ ਦੇ ਦਿਨ ਇਸ ਮਹਾਂਪੁਰਸ਼ ਮਹਾਨ ਤਤਵੇਤਾ ਭਗਤ ਨਾਮਦੇਵ ਜੀ ਦਾ ਜਨਮ ਹੋਇਆ। ਨਰਸੀ ਨਾਮਦੇਵ ਨਗਰ ਵਿੱਚ ਇੱਕ ਬਹੁਤ ਹੀ ਸਧਾਰਨ ਜਿਹਾ ਪਰਿਵਾਰ ਹੈ। ਪਿਤਾ ਦਾਮ ਸੇਠ ਦੇ ਗ੍ਰਹਿ ਵਿਖੇ ਮਾਤਾ ਗੌਣਾ ਬਾਈ ਦੇ ਉਦਰ ਤੋਂ ਹੋਣਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ, ਹੋਣਹਾਰ ਲੋਕਾਂ ਦੇ ਬਚਪਨ ਤੋਂ ਹੀ ਤੌਰ ਤਰੀਕੇ ਅਲੌਕਿਕ ਹੁੰਦੇ ਹੈ। ਤੋ ਜਨਮ ਜਾਤ ਤੋਂ ਹੀ ਭਗਤ ਨਾਮਦੇਵ ਜੀ ਨਿਰੰਕਾਰੀ ਰੰਗਾਂ ਵਿੱਚ ਰੰਗੇ ਰਹਿੰਦੇ ਸਨ। ਸਾਕਾਰ ਦੀ ਭਗਤੀ ਕਰਦਿਆਂ ਕਰਦਿਆਂ ਨਿਰਾਕਾਰ ਵਿੱਚ ਇਕਮਿਕ ਹੋਏ, ਅਭੇਦ ਹੋਏ। ਇੱਕ ਨਹੀਂ ਅਨੇਕਾਂ ਵਾਰੀ ਵਾਹਿਗੁਰੂ ਪਰਮੇਸ਼ਰ ਨੂੰ ਸਾਖਸ਼ਾਤਕਾਰ ਕਰਕੇ ਤਿਨਾਂ ਦੇ ਦਰਸ਼ਨ ਦਿਦਾਰੇ ਕੀਤੇ। ਤਿਨਾਂ ਦੀ ਪਾਵਨ ਬਾਣੀ ਤਕਰੀਬਨ 61 ਸ਼ਬਦ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪਣੀ ਬਾਣੀ ਦੇ ਮਾਨਿੰਦ ਬਾਣੀ ਦੇ ਤੁਲ ਦਰਜ ਕਰਕੇ ਭਗਤ ਨਾਮਦੇਵ ਜੀ ਨੂੰ ਮਾਣ ਦਿੱਤਾ, ਸਤਿਕਾਰ ਦਿੱਤਾ। ਉਹਨਾਂ ਦੇ ਵਰਤਮਾਨ ਦੇ ਸਮੇਂ ਵਿੱਚ ਪੰਡਿਆਂ ਨੇ, ਬ੍ਰਾਹਮਣਾਂ ਨੇ ਭਗਤ ਨਾਮਦੇਵ ਜੀ ਦਾ ਤਿਰਸਕਾਰ ਕੀਤਾ ਸੀ, ਪਰ ਜਿਸ ਦੀ ਪੱਤ ਵਾਹਿਗੁਰੂ ਨੇ ਪਰਮੇਸ਼ਰ ਨੇ ਰੱਖਣੀ ਹੋਵੇ, ਉਹਦਾ ਸਤਿਕਾਰ ਸੰਸਾਰ ਦੇ ਵਿੱਚ ਉਜਾਗਰ ਹੁੰਦਾ ਹੈ। ਐਸੇ ਮਹਾਂਪੁਰਸ਼ ਭਗਤ ਨਾਮਦੇਵ ਜੀ, ਤਿਨਾਂ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਸਮੂਹ ਗੁਰੂ ਕੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਨ। ਲੜੀਵਾਰ ਕਥਾ ਮਹਾਰਾਜ ਕਲਗੀਧਰ ਸੁਆਮੀ ਜੀ ਦੇ ਇਤਿਹਾਸ ਦੀ ਆਪ ਜੀ ਸਰਵਣ ਕਰ ਰਹੇ ਹੋ। ਆਤਮ ਵਿਚਾਰ ਚੱਲ ਰਹੀ ਹੈ। ਪਿਆਰੇ ਭਾਈ ਦਇਆ ਸਿੰਘ ਜੀ ਖਾਲਸੇ ਨੂੰ ਉਪਦੇਸ਼ ਦੇ ਰਹੇ ਨੇ। ਸਿੰਘ ਮਹਾਰਾਜ ਜੀ ਦੇ ਭਾਈ ਦਇਆ ਸਿੰਘ ਜੀ ਪਾਸੋਂ ਸਵਾਲ ਕਰਦੇ ਹਨ, ਭਾਈ ਸਾਹਿਬ ਉਹਨਾਂ ਦਾ ਜਵਾਬ ਦਿੰਦੇ ਨੇ। ਇਹ ਅਧਿਆਤਮਕ ਵਿਚਾਰਾਂ ਚੱਲ ਰਹੀਆਂ ਨੇ, ਸੂਖਸ਼ਮ ਵਿਚਾਰਾਂ ਚੱਲ ਰਹੀਆਂ ਨੇ। ਸਿੰਘਾਂ ਨੇ 15 ਸਵਾਲ ਕੀਤੇ ਨੇ ਭਾਈ ਦਇਆ ਸਿੰਘ ਜੀ ਪਾਸ। ਅਗਿਆਨ ਦਾ ਰੂਪ ਕੀ ਹੈ, ਮਾਇਆ ਦਾ ਸਵਰੂਪ ਕੀ ਹੈ, ਅਵਿਦਿਆ ਦਾ ਸਵਰੂਪ ਕੀ ਹੈ, ਬੰਧਨ ਕੀ ਹੈ, ਮੁਕਤੀ ਕੀ ਹੈ, ਜਾਗਰਤ ਕੀ ਹੈ, ਸੁਪਨ ਸੁਖੋਪਤੀ ਕੀ ਹੈ, ਮੂਰਛਾ ਕੀ ਹੈ, ਸਮਾਧੀ ਕਿਸ ਨੂੰ ਕਹਿੰਦੇ ਨੇ, ਤੁਰਿਆ ਦਾ ਕੀ ਸਵਰੂਪ ਹੈ, ਸਾਖਸ਼ੀ ਦਾ ਕੀ ਸਵਰੂਪ ਹੈ, ਜੀਵ ਦਾ ਕੀ ਸਵਰੂਪ ਹੈ, ਬ੍ਰਹਮ ਦਾ ਕੀ ਸਵਰੂਪ ਹੈ।
ਇਸ ਤਰ੍ਹਾਂ ਪੰਜ ਕੋਸ਼ਾਂ ਦਾ ਕੀ ਸਵਰੂਪ ਹੈ, ਇਹ 15 ਸਵਾਲ ਸਿੰਘਾਂ ਨੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੂੰ ਪੁੱਛੇ। ਪਹਿਲੇ 3 ਸਵਾਲ ਮਾਇਆ ਕੀ ਹੈ, ਅਗਿਆਨ ਕੀ ਹੈ ਔਰ ਅਵਿਦਿਆ ਕੀ ਹੈ, ਇਹ ਆਪਾਂ ਕੱਲ ਦੀ ਕਥਾ 'ਚ ਵਿਚਾਰਿਆ। ਅਗਿਆਨ ਪ੍ਰਮਾਤਮਾ ਦੇ ਵਿੱਚ ਹੀ, ਜਿਸ ਦਾ ਕੋਈ ਰੂਪ ਨਹੀਂ ਹੈ, ਆਕਾਰ ਨਹੀਂ ਹੈ, ਜਨਮ ਨਹੀਂ ਹੈ, ਅਨਾਦਿ ਹੈ, ਉਹ ਬ੍ਰਹਮ ਦੇ ਇੱਕ ਦੇਸ਼ ਵਿੱਚ ਰਹਿੰਦਾ ਹੈ, ਉਸੇ ਤੋਂ ਖਟ ਸੰਗਿਆ ਹੋਈ ਹੈ, ਉਸੇ ਦੇ ਵਿੱਚੋਂ 3 ਗੁਣੇ ਮਾਇਆ ਪੈਦਾ ਹੋਈ ਹੈ। ਔਰ ਅਵਿਦਿਆ ਦਾ ਸਵਰੂਪ ਵੀ ਦੱਸਿਆ ਹੈ ਕਿ ਅਵਿਦਿਆ ਦਾ ਸਵਰੂਪ ਅਨਾਤਮ ਨੂੰ ਆਤਮ ਕਰਕੇ ਜਾਣ ਲੈਣਾ ਤੇ ਆਤਮਾ ਨੂੰ ਅਨਾਤਮ ਕਰਕੇ ਜਾਣ ਲੈਣਾ, ਇਸ ਨੂੰ ਅਵਿਦਿਆ ਕਹਿੰਦੇ ਹਨ। ਇਹ ਸਵਰੂਪ ਦੱਸੇ ਨੇ। ਅੱਜ ਦੀ ਜਿਹੜੀ ਕਥਾ ਪ੍ਰਾਰੰਭ ਹੋ ਰਹੀ ਹੈ, ਇਹਦੇ ਵਿੱਚ ਜਿਹੜਾ ਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ ਸੀ, ਬੰਧਨ ਕੀ ਹੈ, ਬੰਧਨ ਦਾ ਕੀ ਸਵਰੂਪ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਵਿੱਤਰ ਕਥਾ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਿਰਤ ਅਖੰਡਾਕਾਰ ਅਸ, ਵਿਦਿਆ ਨਾਮ ਸੁਜਾਨ। ਹੁਣ ਅਵਿਦਿਆ ਦਾ ਸਵਰੂਪ ਤਾਂ ਦੱਸ ਦਿੱਤਾ, ਪਰ ਵਿਦਿਆ ਕੀ ਹੈ, ਅਵਿਦਿਆ ਬਾਰੇ ਦੱਸਿਆ ਤੇ ਵਿਦਿਆ ਕੀ ਹੈ। ਕਹਿੰਦੇ ਜੋ ਅਖੰਡਾਕਾਰ ਬਿਰਤੀ ਹੈ, ਬਿਰਤ ਅਖੰਡਾਕਾਰ, ਜੋ ਅਖੰਡਾਕਾਰ ਬਿਰਤੀ ਵਿੱਚ ਸੁਜਾਨ ਪੁਰਸ਼ ਟਿਕ ਜਾਂਦੇ ਹਨ, ਆਤਮ ਗਿਆਨ ਦੇ ਵਿੱਚ ਟਿਕ ਜਾਂਦੇ ਹਨ, ਉਸ ਨੂੰ ਵਿਦਿਆ ਕਹਿੰਦੇ ਹਨ। ਜਿੱਥੇ ਬਿਰਤੀ ਵਿੱਚ ਟੁਕੜਿਆਂ ਵਿੱਚ ਵਿਭਾਜਨ ਨਾ ਹੋਈ ਹੋਵੇ, ਬਿਰਤੀ ਅਖੰਡ ਹੋਵੇ। ਇਹ ਤਾਂ ਸਾਡੀਆਂ ਬਿਰਤੀਆਂ ਤਾਂ ਖਿੰਡੀਆਂ ਹੋਈਆਂ ਨੇ ਨਾ, ਅਖੰਡ ਨਹੀਂ ਹਨ। ਸਾਡੀਆਂ ਬਿਰਤੀਆਂ ਦਾ ਵਿਭਾਜਨ ਹੈ, ਇਹ ਵੰਡੀਆਂ ਹੋਈਆਂ ਨੇ। ਜਿੱਥੇ ਅਖੰਡਾਕਾਰ ਬਿਰਤੀ ਟਿਕ ਜਾਂਦੀ ਹੈ, ਉਸ ਨੂੰ ਵਿਦਿਆ ਕਿਹਾ ਜਾਂਦਾ ਹੈ। ਕਾਰਣ ਕਾਰਜ ਭੇਦ ਤੇ ਦੁਬਿਧਾ ਹਾਨ ਅਗਿਆਨ। ਇਹ ਜਿਹੜੀ ਬਿਰਤੀ ਹੈ ਅਖੰਡਾਕਾਰ ਬਿਰਤੀ, ਜਿਸ ਨੂੰ ਵਿਦਿਆ ਕਿਹਾ, ਇਹ ਕਾਰਨ ਅਗਿਆਨ ਤੇ ਕਾਰਜ ਅਗਿਆਨ ਦੋਨਾਂ ਦੀ ਨਿਰਵਿਰਤੀ ਕਰਦੀ ਹੈ। ਕਾਰਨ ਅਗਿਆਨ ਤੇ ਕਾਰਜ ਅਗਿਆਨ। ਕਾਰਨ ਅਗਿਆਨ ਕੀ ਸੀ, ਜਿੱਥੇ ਦੱਸਿਆ ਸੀ ਨਾ ਵੀ ਉਹ ਸਾਮਿਆ ਅਵਸਥਾ ਵਿੱਚ, ਜਿਵੇਂ ਬੋੜ ਦੇ ਬੀਜ ਦੇ ਵਿੱਚ ਟਹਿਣੀਆਂ ਵੀ ਹੁੰਦੀਆਂ ਨੇ, ਪੱਤੇ ਵੀ ਹੁੰਦੇ ਨੇ, ਫੁੱਲ ਵੀ ਹੁੰਦੇ ਨੇ, ਫਲ ਵੀ ਹੁੰਦੇ ਨੇ, ਜੜਾਂ ਵੀ ਹੁੰਦੀਆਂ ਨੇ, ਬੀਜ ਪੱਕਿਆ ਨਹੀਂ ਹੁੰਦਾ, ਪਰ ਉਹਦੇ ਵਿੱਚ ਹੈ ਤਾਂ ਸਾਰਾ ਕੁਝ। ਉਹ ਤਾਂ ਹੋ ਗਿਆ ਕਾਰਨ। ਜਦੋਂ ਬੀਜ ਦਿੱਤਾ, ਕਾਰਜ ਬਣ ਕੇ ਉਹਦਾ ਦਰਖਤ ਬਣ ਗਿਆ। ਇਸੇ ਤਰ੍ਹਾਂ ਅਗਿਆਨ ਦੇ ਜਿਹੜੇ 6 ਹਿੱਸੇ ਕੱਲ ਦੱਸੇ ਸੀ ਸਾਮਿਆ ਰੂਪ ਦੇ ਵਿੱਚ ਜਦੋਂ ਤੱਕ ਸਨ, ਉਹਨੂੰ ਕਹਿੰਦੇ ਨੇ ਕਾਰਨ ਅਗਿਆਨ। ਜਦੋਂ ਉਹਦੇ ਤੇ ਆਭਾਸ ਪਿਆ ਚੇਤਨ ਸੱਤਾ ਦਾ, ਫਿਰ 3 ਗੁਣਾ ਜਿਹੜੇ ਸਨ ਉਹ ਕਿਰਿਆਮਾਨ ਹੋਏ, ਮਾਇਆ ਬਣੀ, ਉਹਨੂੰ ਕਹਿੰਦੇ ਆ ਕਾਰਜ ਅਗਿਆਨ। ਜਿਹੜੀ ਇਹ ਬ੍ਰਹਮ ਵਿਦਿਆ ਹੈ, ਜਦੋਂ ਬਿਰਤੀ ਬ੍ਰਹਮਾਕਾਰ ਹੋ ਜਾਂਦੀ ਹੈ, ਉਦੋਂ ਕਾਰਨ ਅਗਿਆਨ ਤੇ ਕਾਰਜ ਅਗਿਆਨ ਦੋਵੇਂ ਹੀ ਬਿਨਸ ਜਾਂਦੇ ਨੇ, ਦੋਨਾਂ ਦੀ ਹੀ ਨਿਰਵਿਰਤੀ ਹੋ ਜਾਂਦੀ ਹੈ। ਚੌਪਈ ਤਨ ਇੰਦਰੀ ਮਨ ਪ੍ਰਾਣ ਅਨਾਤਮ। ਹੁਣ ਬੰਧਨ ਕੀ ਹੈ ਉਹ ਦੱਸਦੇ ਨੇ। ਸਵਾਲ ਸੀ ਨਾ, ਸਿੰਘਾਂ ਨੇ ਪੁੱਛਿਆ, ਮਹਾਰਾਜ ਬੰਧਨ ਦਾ ਸਵਰੂਪ ਦੱਸੋ। ਜੀਵ ਨੂੰ ਬੰਦਾ ਕਿਹਾ ਜਾਂਦਾ ਨਾ, ਸਾਨੂੰ ਕਿਹਾ ਜਾਂਦਾ ਬੰਦਾ। ਬੰਦਾ ਦਾ ਮਤਲਬ ਬੰਨਿਆ ਹੋਇਆ। ਅਸਲ ਵਿੱਚ ਇਹ ਬੰਧਨ ਹੈ ਕੀ, ਪਹਿਲਾਂ ਇਹ ਜਾਣਨਾ ਜ਼ਰੂਰੀ ਹੈ। ਬੰਧਨ ਕਿਸ ਨੂੰ ਕਹਿੰਦੇ ਨੇ? ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਬੰਧਨ ਕੀ ਹੈ। ਹੁਣ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਸਾਡੇ ਤੇ ਤਰਸ ਕਰਕੇ ਸਾਨੂੰ ਬੰਧਨ ਦੱਸਦੇ ਨੇ। ਸੁਣੋ ਸਿੱਖੋ, ਬੰਧਨ ਕੀ ਹੈ। ਤਨ
ਇੰਦਰੀਆਂ, ਮਨ ਔਰ ਜਿਹੜੇ ਸਾਡੇ ਪ੍ਰਾਣ ਨੇ। ਤਨ ਦਾ ਮਤਲਬ ਆ ਸਰੀਰ, ਇੰਦਰੀਆਂ, 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ ਨੇ, ਫਿਰ ਮਨ ਹੈ, ਫਿਰ ਇਸ ਵਿੱਚ ਚੱਲ ਰਹੇ ਜਿਹੜੇ ਪ੍ਰਾਣ ਨੇ। ਅਸਲੀਅਤ ਇਹ ਹੈ ਵੀ ਇਹ ਅਨਾਤਮ ਨੇ, ਇਹ ਜੜ ਨੇ, ਇਹ ਅਨਾਤਮ ਹਨ, ਇਹ ਜੜ ਹਨ। ਮੁਰਦੇ ਦੇ ਸਰੀਰ ਦੇ ਵਿੱਚ ਹਵਾ ਵੀ ਹੁੰਦੀ ਹੈ, ਉਹਦੀਆਂ ਇੰਦਰੀਆਂ ਵੀ ਹੁੰਦੀਆਂ ਨੇ, ਉਹਦਾ ਸਰੀਰ ਵੀ ਹੁੰਦਾ ਹੈ, ਪਰ ਐਸਾ ਕੀ ਸੀ ਜੋ ਉਹਦੇ ਚੋਂ ਨਿਕਲ ਗਿਆ ਕਿ ਉਹਦੀਆਂ ਇੰਦਰੀਆਂ ਕੰਮ ਨਹੀਂ ਕਰ ਰਹੀਆਂ? ਅਨਾਤਮ ਹੋ ਗਿਆ ਨਾ, ਜੜ ਹੋ ਗਿਆ। ਅਸਲੀਅਤ ਵਿੱਚ ਸਾਡੇ ਸਰੀਰ ਦੀਆਂ ਜਿਹੜੀਆਂ ਇੰਦਰੀਆਂ ਨੇ, ਮਨ ਹੈ, ਤਨ ਹੈ, ਪ੍ਰਾਣ ਨੇ, ਇਹ ਅਨਾਤਮ ਹਨ। ਇਸ ਸੰਗਾਤ ਵਿਖੈ ਬੁੱਧ ਆਤਮ। ਇਹ ਜਿਹੜਾ ਸੰਗਾਤ ਹੈ, ਸੰਗਾਤ ਮਤਲਬ ਹੁੰਦਾ ਵੀ ਸਮੁਦਾਇ। ਜਿਹੜਾ ਉੱਪਰ ਦੱਸਿਆ ਨਾ ਸੰਗਾਤ, ਸਮੁਦਾਇ ਦਾ ਮਤਲਬ ਤਨ, ਇੰਦਰੀਆਂ, ਮਨ, ਪ੍ਰਾਣ। ਇਹਦਾ ਜਿਹੜਾ ਇਹ ਸੰਗਾਤ ਹੈ, ਇਹ ਸਾਰਾ ਜਿਹੜਾ ਇਕੱਠ ਹੈ, ਇਹ ਹੈ ਤਾਂ ਅਨਾਤਮ, ਪਰ ਇਸ ਨੂੰ ਆਤਮ ਸਵਰੂਪ ਕਰਕੇ ਜਾਣ ਲੈਣਾ। ਮੈਂ ਸਰੀਰ ਹਾਂ, ਮੈਂ ਇੰਦਰੀਆਂ ਹਾਂ, ਇਹ ਮੇਰਾ, ਮੈਂ ਹੀ ਤਨ ਹਾਂ, ਮੇਰਾ ਹੀ ਸਰੀਰ ਹੈ। ਇਹ ਅਨਾਤਮ ਨੂੰ ਆਤਮ ਸਵਰੂਪ ਕਰਕੇ ਸਮਝ ਲੈਣਾ, ਇਹਦੇ ਵਿੱਚ ਆਤਮ ਬੁੱਧੀ ਕਰਕੇ ਵੇਖ ਲੈਣਾ। ਬੰਧਨ ਇਹੀ ਸਦਾ ਦੁਖ ਕਾਰਣ। ਇਸੇ ਨੂੰ ਬੰਧਨ ਬੋਲਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹੀ ਬੰਧਨ ਹੈ। ਜਦੋਂ ਅਸੀਂ ਕਹਿੰਦੇ ਆ ਵੀ ਮੈਂ ਸਰੀਰ ਹਾਂ, ਸਰੀਰ ਨਾਲ ਅਹੰਗ ਭਾਵ ਜੁੜਿਆ ਹੋਇਆ ਵੀ ਇਹ ਸਰੀਰ ਸੱਤ ਹੈ, ਇਹ ਪ੍ਰਾਣ ਸੱਤ ਨੇ, ਇੰਦਰੀਆਂ ਸੱਤ ਨੇ, ਹੈਣ ਤਾਂ ਅਨਾਤਮ, ਪਰ ਇਹਨਾਂ ਨੂੰ ਆਤਮ ਰੂਪ ਕਰਕੇ ਸਮਝੀ ਬੈਠੇ ਆ, ਚੇਤਨ ਸਮਝੀ ਬੈਠੇ ਆ। ਹੈ ਨੇ ਅਚੇਤ, ਜੜ, ਅਨਾਤਮ। ਇਹਨਾਂ ਵਿੱਚ ਆਤਮਾ ਨਹੀਂ, ਆਤਮਾ ਤਾਂ ਅੰਦਰ ਹੈ, ਸੂਖਸ਼ਮ ਭਾਵ ਵਿੱਚ, ਉਹ ਤਾਂ ਕਾਰਨ ਸਰੀਰ ਤੋਂ ਵੀ ਪਰੇ ਹੈ। ਪਰ ਅਸੀਂ ਤਾਂ ਇਸ ਸਰੀਰ ਦੇ ਪਰਦੇ ਨਾਲ ਹੀ ਜੁੜੇ ਹੋਏ ਆ। ਮੈਂ ਸਰੀਰ ਹਾਂ, ਇਹੀ ਕੋਈ ਪੁੱਛੇ ਸਾਨੂੰ ਕੌਣ ਹੈ, ਮੈਂ ਫਲਾਣਾ ਸਿਓ ਹਾਂ, ਫਲਾਣੇ ਦੇ ਘਰ ਜੰਮਿਆ, ਫਲਾਣੀ ਜਾਤੀ ਹੈ, ਫਲਾਣੇ ਐਡਰੈਸ ਤੇ ਰਹਿਣਾ, ਇਹੀ ਦੱਸਦੇ ਆਪਾਂ। ਇਹ ਤਾਂ ਨਹੀਂ ਕਹਿੰਦੇ ਵੀ ਮੈਂ ਆਤਮਾ ਸਵਰੂਪ ਹਾਂ। ਕੋਈ ਸਾਨੂੰ ਪੁੱਛੇ, ਰਾਏ ਬੁਲਾਰ ਨੂੰ ਪੁੱਛਿਆ ਗੁਰੂ ਨਾਨਕ ਸਾਹਿਬ ਨੇ, ਕੌਣ ਹੈ ਤੂੰ? ਕਹਿੰਦਾ ਜੀ ਮੈਂ ਰਾਏ ਬੁਲਾਰ, ਮੁਸਲਮਾਨਾਂ ਦੇ ਘਰੇ ਜੰਮਿਆ, ਤਲਵੰਡੀ ਦਾ ਰਹਿਣ ਵਾਲਾ। ਮਹਾਰਾਜ ਕਹਿੰਦੇ ਤਾਂ ਤੇਰੇ ਸਰੀਰ ਦਾ ਕੰਮ ਹੈ, ਤੂੰ ਤਾਂ ਨਹੀਂ, ਤੂੰ ਤਾਂ ਇਹਦੇ ਤੋਂ ਪਹਿਲਾਂ ਵੀ ਸੀ। ਜਦੋਂ ਇਹ ਸਰੀਰ ਨਹੀਂ ਰਹੇਗਾ ਤੂੰ ਤਾਂ ਫਿਰ ਵੀ ਰਹੇਗਾ। ਇਹ ਤਾਂ ਸਰੀਰ ਹੋਇਆ ਨਾ, ਅਨਾਤਮ ਨੂੰ ਹੀ ਆਤਮ ਸਮਝ ਬੈਠੇ ਆ। ਬਸ ਇਸੇ ਨੂੰ ਬੰਧਨ ਕਹਿੰਦੇ ਆ। ਔਰ ਇਸੇ ਬੰਧਨ ਕਰਕੇ ਹੀ ਅਸੀਂ ਸਦਾ ਦੁਖੀ ਹਾਂ, ਕਿਉਂਕਿ ਦੁੱਖ ਤੇ ਸੁੱਖ ਸਰੀਰ ਨਾਲ ਨੇ। ਜਦੋਂ ਸਰੀਰ ਨੂੰ ਹੀ ਆਪਣਾ ਰੂਪ ਸਮਝ ਲਿਆ ਤੇ ਫਿਰ ਅਸੀਂ ਦੁਖੀ ਵੀ ਹੁੰਨੇ ਆ, ਸੁਖੀ ਵੀ ਹੁੰਨੇ ਆ। ਅਸਲੀਅਤ ਇਹ ਹੈ ਵੀ ਦੁੱਖ ਤੇ ਸੁੱਖ ਦੋਵੇਂ ਇਸ ਸਰੀਰ ਦੇ ਕੱਪੜੇ ਨੇ। ਉਹ ਇਸ ਤਨ ਨੇ ਪਹਿਨਣੇ ਨੇ, ਕਦੇ ਦੁੱਖ ਆ ਗਿਆ, ਕਦੇ ਸੁੱਖ ਆ ਗਿਆ। ਜੇ ਤਨ ਨਾਲ ਜੁੜੇ ਹੋਏ ਆ ਫਿਰ ਦੁਖੀ ਵੀ ਰਹਾਂ, ਕਿਉਂਕਿ ਬੰਧਨ ਵਿੱਚ ਪਏ ਹੋਏ ਆ ਤੇ ਦੁਖੀ ਰਹਾਂਗੇ ਨਾ। ਜਦੋਂ ਤਨ ਦੇ ਬੰਧਨ ਵਿੱਚ ਇਹੀ ਸਮਝ ਲਿਆ ਵੀ ਮੈਂ ਸਰੀਰ ਹੀ ਆ, ਤਨ ਨਾਲ ਹੀ ਜੁੜੇ ਹੋਏ ਆ, ਤੇ ਇਸੇ ਨੂੰ ਬੰਧਨ ਕਹਿੰਦੇ ਨੇ। ਔਰ ਇਹ ਬੰਧਨ ਹਮੇਸ਼ਾ ਦੁੱਖ ਦੇਣ ਵਾਲਾ ਹੈ। ਇਸ ਬੰਧਨ ਚੋਂ ਹਮੇਸ਼ਾ ਹੀ ਦੁੱਖ ਦੀ ਪ੍ਰਾਪਤੀ ਹੁੰਦੀ ਹੈ। ਹਾਂਜੀ। ਅਹੰ ਦੇਹ ਲਖ ਕਰ ਹੈ ਉਚਾਰਣ। ਇਹੀ ਕਹਿੰਦਾ ਅਹੰਗ ਦੇ, ਮੈਂ ਸਰੀਰ ਹਾਂ, ਮੈਂ ਫਲਾਣਾ ਸਿਓ ਹਾਂ। ਹਾਲਾਂਕਿ ਜਦੋਂ ਸਰੀਰ ਨੂੰ ਕਹੋ ਵੀ, ਉਦੋਂ ਕਹਿੰਦਾ ਮੇਰਾ ਸਰੀਰ ਹੈ, ਪਰ ਧਾਰਨਾ ਕੀ ਹੁੰਦੀ ਹੈ? ਮੈਂ ਸਰੀਰ ਹਾਂ। ਉਦਾਂ ਅਸੀਂ ਕਹਿ ਦਿੰਦੇ ਆ ਵੀ ਇਹ ਸਰੀਰ ਮੇਰਾ ਹੈ। ਧਾਰਨਾ ਕੀ ਹੈ? ਇਹ ਸਰੀਰ ਨੂੰ ਮੈਂ ਆਪਣਾ ਸਵਰੂਪ ਸਮਝੀ ਬੈਠੇ ਆ, ਇਸੇ ਨੂੰ ਆਪਣਾ ਰੂਪ ਜਾਣੀ ਬੈਠੇ ਆ। ਇਹ ਜਿਹੜਾ ਬਾਹਰਲਾ ਸਰੀਰ ਹੈ ਇਹ ਬਦਲਦਾ ਵੀ ਹੈ, ਜਨਮ ਤੋਂ ਲੈ ਕੇ ਮਰਨ ਪਰਯੰਤ ਤੱਕ ਤਬਦੀਲ ਹੁੰਦਾ। ਜਿਹੜਾ ਬਦਲਦਾ ਰਹੇ ਉਹ ਸਾਡਾ ਰੂਪ ਕਿਵੇਂ ਹੋ ਸਕਦਾ ਭਲਾ, ਜੋ ਬਦਲ ਜਾਏ? ਇਸ ਕਰਕੇ ਸਰੂਪ ਨਹੀਂ ਸੀ ਸਾਡਾ ਜੋ ਅਸੀਂ ਮੰਨੀ ਬੈਠੇ। ਅਹੰਗ ਸਰੀਰ ਕਹਿ ਕੇ ਆਪਣੇ ਆਪ ਨੂੰ ਉਹਦੇ ਨਾਲ ਹੀ ਜੋੜੀ ਬੈਠਾ। ਇਸੇ ਨੂੰ ਬੰਧਨ ਕਹਿੰਦੇ ਨੇ ਸਿੱਖੋ। ਇਹ ਬੰਧਨ ਹਨ ਜੋ ਜੀਵ ਨੂੰ ਪਏ ਹੋਏ ਨੇ। ਦੋਹਰਾ ਅਭਿਆਸੈ ਗੁਰ ਸ਼ਬਦ ਕੋ ਮਿਟਹਿ ਦੇਹ ਅਭਿਮਾਨ। ਹੁਣ ਜਦੋਂ ਬੰਧਨ ਦੱਸ ਦਿੱਤਾ ਤੇ ਫਿਰ ਸਿੱਖਾਂ ਦੀ ਬੇਨਤੀ ਸੀ ਵੀ ਮੁਕਤੀ ਕੀ ਹੈ ਉਹ ਵੀ ਦੱਸੋ, ਕਿਉਂਕਿ ਜਦੋਂ ਬੰਧਨ ਦਾ ਪਤਾ ਲੱਗ ਜੇ ਫਿਰ ਉਹਦੇ ਤੋਂ ਮੁਕਤ ਕਿਵੇਂ ਹੋਇਆ ਜਾ ਸਕਦਾ, ਮੁਕਤੀ ਵੀ ਦੱਸੋ ਨਾ।
ਤਾਂ ਫਿਰ ਭਾਈ ਦਇਆ ਸਿੰਘ ਜੀ ਕਹਿੰਦੇ ਗੁਰੂ ਕੇ ਸ਼ਬਦ ਦਾ ਅਭਿਆਸ ਕਰਨਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰ ਸ਼ਬਦ ਦਾ ਅਭਿਆਸ ਬਾਰ ਬਾਰ ਪੁਨः ਪੁਨः ਅਭਿਆਸ ਹੈ ਗੁਰ ਸ਼ਬਦ ਕੋ। ਕੋਈ ਪੁੱਛਦਾ ਨਾ ਵੀ ਮੁਕਤ ਕਿਵੇਂ ਹੋਈਏ, ਭਾਈ ਦਇਆ ਸਿੰਘ ਜੀ ਦੱਸਦੇ ਆ ਮੁਕਤੀ ਦਾ ਤਰੀਕਾ। ਜਿਵੇਂ ਜਿਵੇਂ ਕੋਈ ਗੁਰਮੁਖ ਗੁਰ ਸ਼ਬਦ ਦਾ ਅਭਿਆਸ ਕਰਦਾ ਹੈ, ਉਹਦੇ ਅੰਦਰ ਉਹਦੇ ਸਰੀਰ ਦਾ ਅਭਿਮਾਨ ਛੁੱਟਦਾ ਚੱਲਿਆ ਜਾਂਦਾ ਹੈ। ਉਹ ਫਿਰ ਇਸ ਸਰੀਰ ਨਾਲ ਨਹੀਂ ਜੁੜਿਆ ਰਹਿੰਦਾ, ਉਹ ਇਸ ਸਰੀਰ ਦੇ ਅੰਦਰ ਜਿਹੜੀ ਆਤਮਾ ਹੈ ਉਸ ਨਾਲ ਜੁੜ ਜਾਂਦਾ ਹੈ। ਇਤਿਹਾਸਕ ਘਟਨਾ ਆਪ ਜੀ ਨਾਲ ਸਾਂਝੀ ਕਰਾਂ, ਇਹ ਗੱਲ ਸਪਸ਼ਟ ਹੋਵੇਗੀ। ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਜਿਸ ਵੇਲੇ ਫਰਕਸ਼ਰ ਤਸੀਹੇ ਦੇ ਰਿਹਾ ਸੀ, ਅੱਖਾਂ ਕੱਢੀਆਂ ਜਾ ਰਹੀਆਂ ਸਨ, ਜਮੂਰਾਂ ਨਾਲ ਮਾਸ ਡੋਚਿਆ ਜਾ ਰਿਹਾ ਸੀ, ਤੇ ਫਰਕਸ਼ਰ ਕਹਿੰਦਾ ਬਾਬਾ ਬੰਦਾ ਸਿੰਘ ਬਹਾਦਰ ਨੂੰ, ਬੰਦਿਆ ਤੂੰ ਕਿਸ ਮਿੱਟੀ ਦਾ ਬਣਿਆ, ਤੈਨੂੰ ਦਰਦ ਨਹੀਂ ਹੁੰਦੀ? ਤੇਰੀਆਂ ਹੱਡੀਆਂ ਬਾਹਰ ਦਿਸਣ ਲੱਗ ਪਈਆਂ, ਤੇਰੀਆਂ ਬਾਂਸ ਦੀਆਂ ਬੋਟੀਆਂ ਮੈਂ ਜਮੂਰਾਂ ਨਾਲ ਨੋਚ ਲਈਆਂ। ਬਾਬਾ ਜੀ ਨੇ ਬੜਾ ਪਿਆਰਾ ਬਚਨ ਕਿਹਾ, ਕਹਿਣ ਲੱਗੇ ਫਰਕਸ਼ਰ ਮੈਂ ਤੈਨੂੰ ਇੱਕ ਸਵਾਲ ਕਰਦਾ, ਉਹਦਾ ਜਵਾਬ ਦੇ। ਤੂੰ ਆਪਣੇ ਕਿਲੇ ਵਿੱਚ ਬੈਠਾ ਹੋਵੇਂ, ਉਸ ਕਿਲੇ ਦੀਆਂ ਦੀਵਾਰਾਂ ਨੂੰ ਕੋਈ ਸੋਟੀਆਂ ਨਾਲ ਡਾਂਗਾਂ ਨਾਲ ਕੁੱਟੀ ਜਾਵੇ, ਉਹਦੀਆਂ ਇੱਟਾਂ ਤੋੜੀ ਜਾਵੇ, ਕਿ ਅੰਦਰ ਬੈਠੇ ਨੂੰ ਤੈਨੂੰ ਦਰਦ ਹੋਵੇਗੀ? ਕਹਿੰਦਾ ਨਹੀਂ। ਕਿਉਂ? ਕਿਉਂਕਿ ਮੈਂ ਕਿਲਾ ਨਹੀਂ ਆ, ਮੈਂ ਤਾਂ ਕਿਲੇ ਦੇ ਅੰਦਰ ਰਹਿਣ ਵਾਲਾ। ਕਹਿੰਦੇ ਬਸ ਇਹ ਸਰੀਰ ਵੀ ਮੇਰਾ ਕਿਲਾ, ਮੈਂ ਤਾਂ ਇਹਦੇ ਅੰਦਰ ਰਹਿਣ ਵਾਲਾ ਆਤਮਾ, ਇਹਦਾ ਸਾਖੀ ਹਾਂ, ਮੈਂ ਸਰੀਰ ਨਹੀਂ ਹਾਂ। ਇਹਨੂੰ ਤੂੰ ਤੋੜ ਭੰਨ, ਬੋਟੀਆਂ ਬੋਟੀਆਂ ਕਰ। ਜਦੋਂ ਮੈਂ ਇਹ ਹਾਂ ਹੀ ਨਾ, ਤੇ ਫਿਰ ਦੁੱਖ ਕਾਹਦਾ ਹੋਣਾ, ਪੀੜਾ ਕਾਹਦੀ ਹੋਣੀ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਅਸਲੀ ਖੇਡ ਹੈ ਮੁਕਤ ਹੋਣ ਦੀ। ਮੁਕਤੀ ਇਸੇ ਨੂੰ ਕਹਿੰਦੇ ਆ। ਜਦੋਂ ਗੁਰ ਮੰਤਰ ਦਾ, ਗੁਰ ਸ਼ਬਦ ਦਾ ਅਭਿਆਸ ਪੁਨः ਪੁਨः ਕਰਨ ਤੋਂ ਬਾਅਦ ਸਰੀਰ ਦਾ ਅਭਿਮਾਨ ਛੁੱਟ ਜਾਂਦਾ ਹੈ, ਜਦੋਂ ਤਨ ਅਭਿਮਾਨ ਚਲਿਆ ਜਾਂਦਾ ਹੈ, ਸਤ ਚੇਤਨ ਆਨੰਦਮੈ ਮੁਕਤ ਸੁਜਾਨ ਸੁਜਾਨ। ਜਦੋਂ ਇਹ ਸਤ ਚੇਤਨ ਤੇ ਆਨੰਦਮਈ ਸਵਰੂਪ ਵਿੱਚ ਇੱਕਮਿਕ ਹੋ ਜਾਂਦਾ ਹੈ, ਗੁਰ ਮੰਤਰ ਦਾ, ਗੁਰ ਸ਼ਬਦ ਦਾ ਅਭਿਆਸ ਕਰਦਿਆਂ ਕਰਦਿਆਂ, ਭਾਈ ਦਇਆ ਸਿੰਘ ਜੀ ਕਹਿੰਦੇ ਬਸ ਇਸੇ ਨੂੰ ਮੁਕਤ ਕਹਿੰਦੇ ਹਨ। ਇਸੇ ਨੂੰ ਮੁਕਤ, ਇਹ ਜੀਵਦਿਆਂ ਜੀ ਮਿਲਦੀ ਹੈ ਇਹ ਮੁਕਤੀ। ਇਸ ਸਰੀਰ ਵਿੱਚ ਰਹਿ ਕੇ, ਸਰੀਰ ਦੇ ਮਿਟਣ ਤੋਂ ਬਾਅਦ ਜਿਹੜੀ ਮੁਕਤੀ ਮਿਲੇ, ਭਗਤ ਜੀ ਕਹਿੰਦੇ ਖਬਰੇ ਉਹ ਮੁਕਤੀ ਕਿਹੋ ਜੀ ਹੋਏਗੀ, ਕਹਿੰਦੇ ਜਾਣਨੀ ਹੈ। ਮਹਾਰਾਜ ਮੈਨੂੰ ਤਾਂ ਜਿਉਂਦਿਆਂ ਜੀ ਮੁਕਤ ਕਰੋ। ਤੇ ਜਿਉਂਦਿਆਂ ਜੀ ਮੁਕਤ ਹੋਣ ਦਾ ਮਤਲਬ ਹੈ ਸਰੀਰ ਦੇ ਬੰਧਨ ਤੋਂ ਰਹਿਤ ਹੋ ਜਾਣਾ। ਜਦੋਂ ਤੱਕ ਇਹ ਤਨ ਅਸੀਂ ਸਮਝੀ ਬੈਠੇ ਹਾਂ, ਆਤਮ ਨੂੰ ਹੀ ਆਤਮ ਵਿਸ਼ੈਣੀ ਬੁੱਧੀ, ਇਹਦੇ ਵਿੱਚ ਆਤਮ ਬਣਾਇਆ ਹੋਇਆ, ਤਨ ਨੂੰ ਹੀ ਆਪਣਾ ਸਰੂਪ ਮੰਨੀ ਬੈਠੇ, ਇਹਨੂੰ ਕਹਿੰਦੇ ਨੇ ਬੰਧਨ। ਜਦੋਂ ਗੁਰ ਸ਼ਬਦ ਦਾ ਅਭਿਆਸ ਕੀਤਾ, ਇਸ ਬੰਧਨ ਤੋਂ ਮੁਕਤ ਹੋ ਗਏ, ਉਹਨੂੰ ਕਹਿੰਦੇ ਆ ਮੁਕਤੀ। ਵੀ ਮੈਂ ਤਾਂ ਇਸ ਸਰੀਰ ਵਿੱਚ ਰਹਿਣ ਵਾਲਾ, ਇਹਦੇ ਤੋਂ ਨਿਆਰਾ ਤੇ ਵੱਖਰਾ ਹਾਂ, ਮੈਂ ਸਰੀਰ ਨਹੀਂ ਹਾਂ, ਇਹ ਸਰੀਰ ਦੇ ਵਿੱਚ ਰਹਿਣ ਵਾਲਾ। ਜਿਵੇਂ ਕੋਈ ਪੰਛੀ ਕਿਸੇ ਦਰਖਤ ਦੇ ਉੱਤੇ ਬੈਠਾ ਹੈ, ਉਹ ਦਰਖਤ ਨਹੀਂ ਹੈ, ਉਹਦੇ ਤੇ ਬੈਠਣ ਵਾਲਾ ਹੈ। ਜਦੋਂ ਚਾਹੇ ਮਰਜ਼ੀ ਉਹਨੂੰ ਛੱਡ ਕੇ ਉੱਡ ਕੇ ਚਲਾ ਜਾਏ। ਇਸੇ ਤਰ੍ਹਾਂ ਇਹ ਸਰੀਰ ਦੇ ਵਿੱਚ ਰਹਿਣ ਦਾ ਮਤਲਬ ਕਿਸੇ ਪੰਛੀ ਦੇ ਸਮਾਨ ਇਹਦੇ ਵਿੱਚ ਰਹਿ ਰਹੇ ਹਾਂ। ਸਮਾਂ ਆਉਣ ਤੇ ਉਹ ਪੰਛੀ ਪਤਾ ਨਹੀਂ ਇਸ ਤਨ ਰੂਪੀ ਬ੍ਰਿਛ ਨੂੰ ਛੱਡ ਕੇ ਕਦੋਂ ਉਡਾਰੀ ਮਾਰ ਜਾਏ। ਜੈਸੇ ਤਰਵਰ ਪੰਖ ਬਸੇਰਾ, ਇਹ ਗੁਰਬਾਣੀ ਦਾ ਵੀ ਮਹਾਵਾਕ ਹੈ। ਕਹਿੰਦੇ ਇਸ ਨੂੰ ਮੁਕਤੀ ਕਹਿੰਦੇ ਨੇ, ਜਦੋਂ ਗੁਰ ਸ਼ਬਦ ਦਾ ਅਭਿਆਸ ਕਰਕੇ ਤਨ ਅਭਿਮਾਨ ਛੁੱਟ ਜਾਵੇ। ਸਵਈਆ ਛੰਦ। ਹੁਣ ਇੱਥੋਂ ਜਾਗਰਤ ਕੀ ਹੈ, ਉਹ ਕਿਉਂਕਿ ਫਿਰ ਅਗਲਾ ਸਵਾਲ ਸੀ ਸਿੱਖਾਂ ਦਾ ਵੀ ਜਾਗਰਤ ਕੀ ਹੈ। ਸਵਪਨ ਤੇ ਸੁਖੋਪਤੀ, ਇਹ ਤਿੰਨ ਚੀਜ਼ਾਂ ਨੇ, ਤਿੰਨ ਅਵਸਥਾਵਾਂ ਨੇ। ਹੁਣ ਆਪਾਂ ਸਾਰੇ ਬੈਠੇ ਜਾਗ ਰਹੇ ਹਾਂ, ਪਰ ਇਹ ਜਾਗਰਤ ਹੈ ਕੀ?
ਇਹਦੇ ਵਿੱਚ ਕੀ ਹੈ, ਇਹਦਾ ਅਭਿਮਾਨੀ ਕੌਣ ਹੈ, ਇਹਦੇ ਵਿੱਚ ਕਿਹੜਾ ਸਰੀਰ ਕੰਮ ਕਰ ਰਿਹਾ। ਸਰੀਰ ਸਾਡੇ ਤਿੰਨ ਨੇ, ਸਥੂਲ, ਸੂਖਸ਼ਮ ਤੇ ਕਾਰਨ। ਜਾਗਰਤ ਵਿੱਚ ਸਾਡਾ ਸਥੂਲ ਸਰੀਰ ਕੰਮ ਕਰ ਰਿਹਾ। ਇਹਦੇ ਚ ਕੀ ਹੈ ਉਹ ਸਿੱਖ ਜਾਣਨਾ ਚਾਹੁੰਦੇ ਸੀ। ਇਹਦਾ ਅਭਿਮਾਨੀ ਕੌਣ ਹੈ ਉਹ ਜਾਣਨਾ ਚਾਹੁੰਦੇ ਆ। ਇਸ ਕਰਕੇ ਹੁਣ ਭਾਈ ਦਇਆ ਸਿੰਘ ਜੀ ਜਾਗਰਤ ਕੀ ਆ ਉਹ ਦੱਸਦੇ ਨੇ, ਸੁਣੋ ਭਾਈ। ਅਧਿਆਤਮ ਗੋ ਰੂਪ ਚਤੁਰਦਸ। ਅਧਿਆਤਮ ਗੋ ਰੂਪ ਚਤੁਰਦਸ। ਗੋ ਨਾਮ ਹੁੰਦਾ ਹੈ ਇੰਦਰੀਆਂ ਦਾ। ਜਿਹੜੀਆਂ ਚਤੁਰ ਤੇ 10 ਸਾਡੀਆਂ 14 ਇੰਦਰੀਆਂ ਨੇ, ਇਹਨਾਂ ਨੂੰ ਅਧਿਆਤਮ ਵੀ ਕਿਹਾ, ਕਿਉਂਕਿ ਅਧਿਆਤਮ, ਅਧਿਭੌਤਕ, ਅਧਿਦੈਵ ਤਿੰਨ ਚੀਜ਼ਾਂ ਹੁੰਦੀਆਂ ਨੇ। ਇਹ ਜਿਹੜੀਆਂ 14 ਇੰਦਰੀਆਂ ਨੇ, ਤੁਸੀਂ ਆਖੋ ਵੀ ਇੰਦਰੀਆਂ ਤਾਂ 10 ਹੁੰਦੀਆਂ ਨੇ, ਇੱਥੇ 14 ਦਸੀਆਂ ਨੇ। ਇੰਦਰੀਆਂ ਤਾਂ 10 ਨੇ, 5 ਕਰਮ ਇੰਦਰੀਆਂ ਨੇ, 5 ਗਿਆਨ ਇੰਦਰੀਆਂ ਨੇ, ਪਰ ਇੱਥੇ ਭਾਈ ਸਾਹਿਬ 14 ਦੱਸ ਰਹੇ ਨੇ, ਚਤੁਰਦਸ। 14 ਏਦਾਂ ਹੁੰਦੀਆਂ ਨੇ ਜਦੋਂ ਅੰਤਸ਼ਕਰਨ ਦੇ 4, ਮਨ, ਬੁੱਧ ਤੇ ਚਿੱਤ ਤੇ ਹੰਕਾਰ, ਚਾਰੋਂ ਹੋ ਗਏ, ਤੇ 10 5 ਕਰਮ ਇੰਦਰੀਆਂ, 5 ਗਿਆਨ ਇੰਦਰੀਆਂ, 10 ਤੇ 4 14 ਹੋ ਗਏ। ਇਹ ਜਿਹੜੇ ਸਾਡੇ ਅੰਤਸ਼ਕਰਨ ਦੀਆਂ 4 ਬਿਰਤੀਆਂ ਨੇ, ਇਹਨਾਂ ਨੂੰ ਵੀ ਭਾਈ ਸਾਹਿਬ ਨੇ ਇੰਦਰੀਆਂ ਵਜੋਂ ਹੀ ਵਰਣਨ ਕੀਤਾ। ਇਹ ਵੀ ਇੰਦਰੀਆਂ ਹੀ ਨੇ, ਮਨ, ਬੁੱਧ, ਚਿੱਤ ਤੇ ਹੰਕਾਰ। 14 ਜਿਹੜੀਆਂ ਇੰਦਰੀਆਂ ਨੇ ਬਾਹਰਲੀਆਂ, ਇਹ ਸਰੀਰ ਦੀਆਂ। ਹਾਂਜੀ, ਇਤੇ ਬਿਖ ਅਦਪੂਤ ਸੋ ਜਾਨ। ਇਹਨੇ 14 ਇੰਦਰੀਆਂ ਦੇ 14 ਹੀ ਵਿਸ਼ੇ ਨੇ। ਉਹ ਜਿਹੜੇ 14 ਵਿਸ਼ੇ ਨੇ ਉਹਨਾਂ ਨੂੰ ਕਹਿੰਦੇ ਨੇ ਅਧਿਭੂਤ। ਜਿਹੜੀਆਂ 14 ਇੰਦਰੀਆਂ ਨੇ ਉਹਨਾਂ ਨੂੰ ਕਹਿੰਦੇ ਨੇ ਅਧਿਆਤਮ। ਜਿਹੜੇ ਉਹਨਾਂ ਵਿਸ਼ਿਆਂ ਨੂੰ 14 ਨੂੰ ਗ੍ਰਹਿਣ ਕਰਨ ਵਾਲੀ ਅੱਖਾਂ ਦਾ ਕੰਮ ਹੈ ਵੇਖਣਾ, ਕੰਨਾਂ ਦਾ ਇਹ ਵਿਸ਼ੇ ਨੇ ਨਾ, ਨਾਸਕਾ ਦਾ ਸੁੰਘਣਾ, ਜ਼ੁਬਾਨ ਦਾ ਚੱਖਣਾ, ਚਮੜੀ ਦਾ ਸਪਰਸ਼ ਕਰਨਾ, ਹੱਥਾਂ ਦਾ ਪਕੜਨਾ, ਪੈਰਾਂ ਦਾ ਚੱਲ ਕੇ ਜਾਣਾ। ਇਹ ਜਿਹੜੀਆਂ 14 ਇੰਦਰੀਆਂ ਦੇ ਅੱਗੇ 14 ਵਿਸ਼ੇ ਨੇ ਵੱਖੋ ਵੱਖਰੇ। ਮਨ ਦਾ ਵਿਸ਼ਾ ਫਿਰ ਅੱਗੇ ਉਹ ਇੰਦਰੀਆਂ ਰਾਹੀਂ ਭਰਮਣ ਕਰਨਾ, ਬੁੱਧੀ ਦਾ ਵਿਸ਼ਾ ਨਿਰਣਾ ਕਰਨਾ, ਇਹ ਸਾਰਿਆਂ ਦੇ ਵਿਸ਼ੇ ਵੀ ਨੇ ਅੱਗੇ 14। ਉਹ ਜਿਹੜੇ 14 ਵਿਸ਼ੇ ਨੇ ਉਹਨਾਂ ਨੂੰ ਕਹਿੰਦੇ ਹਨ ਅਧਿਭੌਤਕ। 14 ਇੰਦਰੀਆਂ ਹੋ ਗਈਆਂ, 14 ਹੀ ਉਹਨਾਂ ਦੇ ਅਧਿਭੂਤ, ਉਹਨਾਂ ਦੇ ਵਿਸ਼ੇ ਹੋ ਗਏ। ਇਨਹੋ ਦੇਵ ਅਦ ਦੇਵ ਚਤੁਰਦਸ। ਇਹਨਾਂ ਦੇ ਅੱਗੇ 14 ਦੇਵਤੇ ਨੇ 14 ਇੰਦਰੀਆਂ ਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਦੇ ਬਾਰੇ ਬੜੇ ਵਿਸਥਾਰ ਨਾਲ ਵਿਚਾਰ ਚੰਦਰੋਦਿਆ ਨਾਮਕ ਇੱਕ ਪੁਸਤਕ ਹੈ, ਉਹਦੇ ਵਿੱਚ ਬੜੇ ਸੁੰਦਰ ਵਰਣਨ ਕੀਤੇ ਹੋਏ ਨੇ। ਜਿਹੜੀਆਂ 14 ਇੰਦਰੀਆਂ ਦੇ ਅੱਗੇ 14 ਅਧਿਦੇਵ ਨੇ। ਜਿਵੇਂ ਸਾਡੇ, ਕਿਉਂਕਿ 33 ਕਰੋੜ ਦੇਵਤੇ ਇਸ ਕਾਇਆ ਦੇ ਵਿੱਚ ਵੀ ਵਸਦੇ ਹੈ, ਸਾਰੇ ਸਰੀਰ ਦੇ ਵਿੱਚ ਹੀ ਨੇ, ਅੱਖਾਂ ਦੇ ਵਿੱਚ, ਕੰਨਾਂ ਦੇ ਵਿੱਚ, ਰਸਨਾ ਤੇ, ਇਹ ਸਾਰੇ ਦੇਵਤੇ ਇਹਨਾਂ ਵਿੱਚ ਵਸਦੇ ਹੈ। ਜੈਸੇ ਗੁਦਾ ਦੇ ਵਿੱਚ ਜਮਰਾਜ ਵਸਦਾ ਹੈ। ਲਿੰਗ ਆਦਿਕ ਜਿਹੜੀ ਇੰਦਰੀ ਹੈ, ਇਹਦੇ ਵਿੱਚ ਇੰਦਰ ਦੇਵ ਦਾ ਨਿਵਾਸ ਹੈ। ਉਹ ਅੱਗੋਂ ਇਹਨਾਂ 14 ਇੰਦਰੀਆਂ ਦੇ 14 ਹੀ ਅਧਿਦੇਵ ਨੇ। ਚਤੁਰਦਸ 14 ਉਹਨਾਂ ਦੇ ਅਧਿਦੇਵ। ਤਿੰਨ ਚੀਜ਼ਾਂ, 3 14 14 ਦੱਸੇ ਨੇ। 14 ਹੀ ਇੰਦਰੀਆਂ ਨੇ, ਉਹਨਾਂ ਨੂੰ ਕਹਿੰਦੇ ਨੇ ਅਧਿਆਤਮ। 14 ਉਹਨਾਂ ਦੇ ਵਿਸ਼ੇ ਨੇ, ਉਹਨਾਂ ਨੂੰ ਕਹਿੰਦੇ ਨੇ ਅਧਿਭੌਤਕ। ਔਰ 14 ਉਹਨਾਂ ਦੇ ਦੇਵਤੇ ਨੇ, ਉਹਨਾਂ ਨੂੰ ਕਹਿੰਦੇ ਨੇ 14 ਅਧਿਦੇਵ। ਹਾਂਜੀ, 42 ਫੁਰ ਹੈ ਭਾਵ ਵਿਦਮਾਨ। ਜਦੋਂ ਇਹਨਾਂ ਦੀ ਕੁੱਲ ਗਿਣਤੀ ਕਰਾਂਗੇ ਤੇ ਕਿੰਨੀ ਹੋਵੇਗੀ? 42 ਹੋ ਗਈ। ਜਦੋਂ ਇਹ 42 ਦੇ 42 ਫੁਰਦੇ ਨੇ ਤੇ ਵਿਦਮਾਨ ਹੁੰਦੇ ਨੇ, ਯਾਨੀ ਕਿ 14 ਇੰਦਰੀਆਂ ਵੀ ਕੰਮ ਕਰ ਰਹੀਆਂ ਨੇ, 14 ਹੀ ਉਹਨਾਂ ਦੇ ਅਧਿਭੂਤ ਵਿਸ਼ੇ ਵੀ ਨਾਲ ਕੰਮ ਕਰ ਰਹੇ ਨੇ, 14 ਹੀ ਅਧਿਦੇਵ ਨਾਲ ਕੰਮ ਕਰ ਰਹੇ ਨੇ। ਉਹਨਾਂ ਨੂੰ ਪ੍ਰਕਾਸ਼ਣ ਵਾਲੇ, ਜਿਹੜੇ ਅੱਖਾਂ ਨੂੰ ਪ੍ਰਕਾਸ਼ ਦਿੰਦੇ ਆ, ਕੰਨਾਂ ਨੂੰ ਸੁਣਨ ਦੀ ਸ਼ਕਤੀ ਪ੍ਰਦਾਨ ਕਰਦੇ ਆ, ਉਹ 14 ਅਧਿਦੇਵ ਜਿਹੜੇ ਨੇ ਉਹ ਨਾਲ ਨਾਲ ਕੰਮ ਕਰ ਰਹੇ ਨੇ। 42 ਦੇ 42 ਫੁਰਦੇ ਹੋਣ ਤੇ 42 ਦੇ ਹੀ ਭਾਵ ਜਿਹੜੇ ਨੇ ਉਹ ਵਿਦਮਾਨ ਪ੍ਰਗਟ ਹੋਣ। ਸੁਖਪਤ ਸੁਪਨ ਅਭਾਵ ਫੁਰੈ ਗਨ। ਹਾਂ, ਸੁਖਪਤ ਸੁਪਨ ਅਭਾਵ, ਜਿੱਥੇ ਸੁਖੋਪਤੀ ਤੇ ਸੁਵਪਨ ਅਵਸਥਾ ਦਾ ਅਭਾਵ ਹੋਵੇ, ਯਾਨੀ ਕਿ ਜਾਗ ਰਹੇ ਹਾਂ ਹੁਣ ਤਾਂ ਨਾ ਅਸੀਂ ਸੁਪਨਾ ਵੇਖ ਰਹੇ ਹਾਂ, ਨਾ ਅਸੀਂ ਗੂੜੀ ਨੀਂਦ ਵਿੱਚ ਹਾਂ। ਸੁਖੋਪਤੀ ਕਹਿੰਦੇ ਨੇ ਗੂੜੀ ਨੀਂਦ ਨੂੰ, ਸੁਪਨ ਕਹਿੰਦੇ ਨੇ ਸੁਪਨਾ ਵੇਖਣ ਨੂੰ। ਇਸ ਵੇਲੇ ਜਾਗ ਰਹੇ ਹਾਂ ਨਾ,
ਜਾਗਰਤ ਬੈਠੇ। ਇਸ ਵੇਲੇ ਸਾਡੇ ਅੰਦਰ ਇਹ 42 ਚੀਜ਼ਾਂ ਕੰਮ ਕਰ ਰਹੀਆਂ ਨੇ, ਤਾਂ ਜਾਗ ਰਹੇ ਹਾਂ। 42 ਚੀਜ਼ਾਂ, 14 ਇੰਦਰੀਆਂ, 14 ਹੀ ਉਹਨਾਂ ਦੇ ਵਿਸ਼ੇ ਤੇ 14 ਹੀ ਉਹਨਾਂ ਨੂੰ ਪ੍ਰਕਾਸ਼ਣ ਵਾਲੇ ਉਹਨਾਂ ਦੇ ਦੇਵਤੇ, ਤਾਂ ਜਾਗ ਰਹੇ ਆ। ਦੇਖੋ ਇਸ ਕਾਇਆ ਵਿੱਚ ਵਾਹਿਗੁਰੂ ਨੇ ਕਿੰਨਾ ਕੁਝ ਪਾਇਆ ਹੋਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਤਨਾ ਕੁਝ ਵਾਹਿਗੁਰੂ ਨੇ ਇਸ ਕਾਇਆ ਦੀ ਬਣਤਰ ਦੇ ਵਿੱਚ ਬਣਾ ਕੇ, ਵਾਹਿਗੁਰੂ ਨੇ ਇਹਦੇ 'ਚ ਕਿਹੋ ਜੀ ਸੁੰਦਰ ਰਚਨਾ ਰਚੀ ਹੈ ਇਸ ਕਾਇਆ ਦੀ। ਜਾਗਰਤ 'ਚ ਬੈਠਿਆ 42 ਚੀਜ਼ਾਂ ਕੰਮ ਕਰ ਰਹੀਆਂ ਨੇ। ਬਾਕੀ ਸਥੂਲ ਹਾੜ ਵੱਖਰਾ ਕੰਮ ਕਰਦਾ, ਦਿਮਾਗ ਵੱਖਰਾ ਕੰਮ ਕਰਦਾ, ਉਹ ਵੱਖਰੇ ਵਿਸ਼ੇ ਨੇ। ਉਹ ਹੋਰ ਕਿਰਿਆਵਾਂ ਜਿਹੜੀਆਂ ਸਥੂਲ, ਇਹ ਸੂਖਸ਼ਮ ਕਿਰਿਆਵਾਂ ਨੇ ਜਿਹੜੀਆਂ ਹੋ ਰਹੀਆਂ ਨੇ। ਕਹਿਣ ਤੋਂ ਭਾਵ ਕਿ ਜਦੋਂ ਇਹ 42 ਦੇ 42 ਫੁਰਦੇ ਨੇ, ਉਦੋਂ ਨਾ ਅਸੀਂ ਸੁਖੋਪਤੀ ਹੈ ਨਾ ਸਵਪਨ ਹੈ। ਫੁਰਾਗਨ ਮੂਰਤ ਵਿਅਸ਼ਟ ਸਮਸ਼ਟ ਪਛਾਨ, ਅਭਾਵ ਤੇ ਵਿਸ਼ਰਾਮ ਲੱਗ ਜਾਏਗਾ। ਅੱਗੇ ਫਿਰ ਫੁਰਾਗਨ ਮੂਰਤ, ਇਹ ਜਿੰਨੀਆਂ ਵੀ ਮੂਰਤੀਆਂ ਫੁਰਦੀਆਂ ਨੇ ਸਾਡੀਆਂ ਅੱਖਾਂ ਦੇ ਸਾਹਮਣੇ ਜੋ ਸਾਨੂੰ ਦਿਸ ਰਿਹਾ, ਵਿਅਸ਼ਟੀ ਔਰ ਸਮਸ਼ਟੀ ਕਰਕੇ ਪਛਾਣਿਆ ਜਾਂਦਾ ਹੈ। ਵਿਅਸ਼ਟੀ ਕਹਿੰਦੇ ਨੇ ਕਿਸੇ ਇੱਕ ਵਿਅਕਤੀ ਨੂੰ ਵੇਖਣਾ, ਉਹ ਵਿਅਸ਼ਟੀ ਹੈ। ਸਮਸ਼ਟੀ ਜਦੋਂ ਸਾਰਿਆਂ ਨੂੰ ਵੇਖ ਰਹੇ ਆ ਇਕੱਠਿਆਂ, ਉਹਨੂੰ ਸਮਸ਼ਟੀ ਕਹਿੰਦੇ ਆ। ਵਿਅਸ਼ਟੀ ਭੇਦ ਔਰ ਸਮਸ਼ਟੀ ਭੇਦ ਕਰਕੇ ਅਸੀਂ ਸਾਰੇ, ਸਾਨੂੰ ਮੂਰਤੀਆਂ ਫੁਰ ਰਹੀਆਂ ਨੇ, ਸਾਰਿਆਂ ਦਾ ਸਾਨੂੰ ਗਿਆਨ ਹਾਸਲ ਹੋ ਰਿਹਾ, ਇਹਨੂੰ ਜਾਗਰਤ ਅਵਸਥਾ ਕਹਿੰਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਇਹ 42 ਦੇ 42 ਕੰਮ ਕਰ ਰਹੇ ਨੇ, 14 ਇੰਦਰੀਆਂ ਵੀ ਕੰਮ ਕਰ ਰਹੀਆਂ ਨੇ, ਨਾ ਇਸ ਵੇਲੇ ਸਵਪਨ ਹੈ ਨਾ ਸੁਖੋਪਤੀ ਹੈ। ਇਹ ਗੱਲ ਵੱਖਰੀ ਹੈ ਕਿ ਕਥਾ ਕਿਸੇ ਨੂੰ ਨਾ ਸਮਝ ਆਉਂਦੀ ਹੋਵੇ ਤੇ ਸੁਣਦਾ ਸੁਣਦਾ ਸੌਂ ਜਾਏ, ਪਰ ਅਸਲੀਅਤ ਵਿੱਚ ਤਾਂ ਇਸ ਵੇਲੇ ਜਾਗਰਤ 'ਚ ਬੈਠੇ ਹੋਏ ਆ। ਤੇ ਜੇ ਕੋਈ ਕਥਾ ਸੁਣਦਿਆਂ ਸੁਣਦਿਆਂ ਸੌਂ ਜਾਏ, ਉਹ ਸਵਪਨ ਦੀ ਅਵਸਥਾ ਚਲਾ ਜਾਏ ਜਾਂ ਸੁਖੋਪਤੀ ਦੀ ਅਵਸਥਾ 'ਚ ਚਲਾ ਜਾਏ, ਉਹ ਤਾਂ ਬਾਅਦ ਦੇ ਵਿਸ਼ੇ ਨੇ। ਜਾਗਰਤ ਦੇ ਵਿੱਚ 42 ਕੰਮ ਕਰ ਰਹੇ ਨੇ, ਔਰ ਇਹਦੇ ਵਿੱਚ ਸਮਸ਼ਟੀ ਵਿਅਸ਼ਟੀ ਹੈ। ਜਿਤਨੇ ਵਿਅਸ਼ਟੀ, ਇੱਕ ਵਿਅਕਤੀ ਨੂੰ ਵੇਖਣਾ, ਸਮਸ਼ਟੀ ਸਾਰੇ ਸਮੁਦਾਇ ਨੂੰ ਵੇਖਣਾ। ਇਹ ਜਿੰਨੀਆਂ ਮੂਰਤੀਆਂ ਨੇ ਸਾਨੂੰ ਫੁਰ ਰਹੀਆਂ ਨੇ, ਜੋ ਸਾਡੀਆਂ ਅੱਖਾਂ ਸਾਹਮਣੇ ਆਉਂਦਾ, ਜੋ ਅਸੀਂ ਕੰਨਾਂ ਦੁਆਰਾ ਸੁਣ ਸਕਦੇ, ਸਭ ਕੁਝ ਸਾਨੂੰ ਪਤਾ ਹੈ। ਸੁਗੰਧੀ ਦੁਰਗੰਧੀ ਇਸ ਵੇਲੇ ਪੂਰਾ ਸਾਨੂੰ ਉਹਦਾ ਗਿਆਨ ਹੋ ਰਿਹਾ ਹੈ। ਇਹਨੂੰ ਜਾਗਰਤ ਅਵਸਥਾ ਕਹਿੰਦੇ ਹਨ। ਹੁਰੈ ਸਰਬ ਸਾਖੀ ਮਹਿ ਜਾਗਰਤ, ਕਹਿੰਦੇ ਇਹਦੇ ਵਿੱਚ ਸਾਰਾ ਕੁਝ ਫੁਰਦਾ, ਸਾਖੀ ਜਿਹੜਾ ਹੈ ਇਹਦੇ ਵਿੱਚ ਹੋ ਕੇ ਵੇਖਦਾ ਹੈ। ਵਿਸ਼ਵ ਅਭਿਮਾਨੀ ਕੀਲੇ ਹੋ ਮਾਨ, ਇਸ ਜਾਗਰਤ ਅਵਸਥਾ ਦੇ ਵਿੱਚ ਜਿਹੜਾ ਜੀਵ ਕੰਮ ਕਰਦਾ ਹੈ, ਅਭਿਮਾਨੀ ਜੀਵ, ਉਹਨੂੰ ਕਹਿੰਦੇ ਨੇ ਵਿਸ਼ਵ। ਜਾਗਰਤ ਅਵਸਥਾ ਦੇ ਵਿੱਚ ਜਿਹੜਾ ਇਸ ਨੂੰ ਅਭਿਮਾਨੀ ਬਣ ਕੇ ਇਸ ਨੂੰ ਜਾਣਦਾ ਹੈ, ਉਸ ਜੀਵ ਅਭਿਮਾਨੀ ਨੂੰ ਕਹਿੰਦੇ ਨੇ ਵਿਸ਼ਵ। ਤੈਜਸ ਤੇ ਪ੍ਰਗਿਆ 3 ਚੀਜ਼ਾਂ ਨੇ। ਜਾਗਰਤ ਵਿੱਚ ਵਿਸ਼ਵ ਹੈ, ਵਿਸ਼ਵ ਅਭਿਮਾਨੀ ਹੈ। ਸਵਪਨ ਦੇ ਵਿੱਚ ਤੈਜਸ ਅਭਿਮਾਨੀ ਹੈ, ਔਰ ਸੁਖੋਪਤੀ ਵਿੱਚ ਗੂੜੀ ਨੀਂਦ ਦੇ ਵਿੱਚ ਪ੍ਰਾਗ, ਜਿਹਨੂੰ ਪ੍ਰਗਿਆ ਵੀ ਕਹਿ ਦਿੰਦੇ ਨੇ, ਉਹ ਅਭਿਮਾਨੀ ਹੈ। ਤੁਸੀਂ ਆਖੋਗੇ ਵੀ ਅਭਿਮਾਨੀ ਕੀ ਨੇ, ਜਿਹੜੇ ਜੀਵ ਅਭਿਮਾਨੀ ਨੇ ਜਾਗਰਤ ਵਿੱਚ? ਕਿਉਂਕਿ 3 ਸਰੀਰ ਨੇ। ਸਥੂਲ ਸਰੀਰ ਦੇ ਵਿੱਚ ਜਿਹੜਾ ਕੰਮ ਕਰਦਾ, ਫਿਰ ਸੂਖਮ ਸਰੀਰ ਦੇ ਵਿੱਚ ਜਿਹੜਾ ਕੰਮ ਕਰਦਾ, ਫਿਰ ਉਹਦੇ ਤੋਂ ਅੱਗੇ ਤੀਜਾ ਕਾਰਨ ਸਰੀਰ ਦੇ ਵਿੱਚ ਜਿਹੜਾ ਕੰਮ ਕਰਦਾ, ਉਹ ਵੱਖੋ ਵੱਖਰੇ ਜੀਵ ਨੇ। ਉਹ ਅਭਿਮਾਨੀ ਵਿਸ਼ਵ, ਤੈਜਸ ਤੇ ਪ੍ਰਗਿਆ। ਜਿਵੇਂ ਮੈਂ ਮੋਟੀ ਜਿਹੀ ਉਦਾਹਰਣ ਦੇ ਕੇ ਸਮਝਾਉਣ ਦਾ ਯਤਨ ਕਰਾਂ। ਸਾਡੇ ਸਾਹਮਣੇ ਸਾਡਾ ਪੁੱਤਰ ਤੇ ਧੀ ਸੰਤਾਨ ਹੈ, ਉਸ ਵੇਲੇ ਸਾਡੇ ਅੰਦਰ ਅਭਿਮਾਨ ਹੁੰਦਾ ਇਹਨਾਂ ਦੇ ਪਿਤਾ ਹੋਣ ਦਾ, ਬੱਚਿਆਂ ਦੇ। ਘਰ ਵਾਲੀ ਹੈ, ਉਸ ਵੇਲੇ ਅਭਿਮਾਨ ਹੁੰਦਾ ਉਹਦੇ ਪਤੀ ਹੋਣ ਦਾ। ਮਾਂ ਬਾਪ ਹੈ, ਉਸ ਵੇਲੇ ਸਾਡੇ ਅੰਦਰ ਅਭਿਮਾਨ ਹੁੰਦਾ ਉਹਦੇ ਪੁੱਤਰ ਹੋਣ ਦਾ। ਬੰਦਾ ਤੇ ਇੱਕੋ ਹੀ ਹੁੰਦਾ ਨਾ। ਜਦੋਂ ਆਪਣੇ ਸੰਬੰਧੀਆਂ ਨੂੰ ਮਿਲਦਾ ਹੈ, ਉਹਨਾਂ ਨੂੰ ਮਿਲਦਿਆਂ ਉਸ ਵੇਲੇ ਸਾਰਿਆਂ ਵਿੱਚ ਵੱਖੋ ਵੱਖਰਾ ਅਭਿਮਾਨ ਕੰਮ ਕਰਦਾ, ਕਦੇ ਪਿਤਾ ਹੋਣ ਦਾ, ਕਦੇ ਭਰਾ ਹੋਣ ਦਾ, ਕਦੇ ਪੁੱਤਰ ਹੋਣ ਦਾ, ਕਦੇ ਪਤੀ ਹੋਣ ਦਾ। ਇੱਕੋ ਹੀ ਬੰਦਾ ਹੁੰਦਾ ਨਾ, ਜੀਵ ਤਾਂ ਇੱਕੋ ਹੀ ਹੈ। ਪਰ ਜਾਗਰਤ ਵਿੱਚ ਜਿਹੜਾ ਅਭਿਮਾਨੀ ਹੁੰਦਾ ਉਹਨੂੰ ਕਹਿੰਦੇ ਨੇ ਵਿਸ਼ਵ। ਜਾਗਰਤ ਅਵਸਥਾ, ਜਿਵੇਂ ਹੁਣ ਅਸੀਂ ਜਾਗਰਤ ਅਵਸਥਾ 'ਚ ਬੈਠੇ ਹਾਂ ਸਾਰੇ, ਇਹਦੇ ਵਿੱਚ 42 ਫੁਰ ਰਹੇ ਨੇ। 42 ਦੀ ਸਫੁਰਤੀ ਦੇ ਨਾਲ ਸਾਨੂੰ ਸਮਸ਼ਟੀ ਵਿਅਸ਼ਟੀ ਕਰਕੇ ਸਾਰਿਆਂ ਵਿੱਚ ਗਿਆਨ ਪ੍ਰਾਪਤ ਹੋ ਰਿਹਾ ਮੂਰਤੀਆਂ ਦਾ। ਇਹਦੇ ਵਿੱਚ ਜਿਹੜਾ ਅਭਿਮਾਨੀ ਕੰਮ ਕਰ ਰਿਹਾ ਇਸ ਵੇਲੇ, ਜਿਵੇਂ ਪੁੱਤਰ ਦੇ ਰੂਪ ਦੇ ਵਿੱਚ ਮਾਤਾ ਪਿਤਾ ਦੇ ਸਾਹਮਣੇ ਪੁੱਤਰ ਭਾਵ ਆ ਰਿਹਾ, ਉਹ ਪੁੱਤਰ ਅਭਿਮਾਨੀ ਹੋ ਗਿਆ ਵੀ ਮੈਂ ਪੁੱਤਰ ਹਾਂ ਇਹਨਾਂ ਦਾ।
ਇਸੇ ਤਰ੍ਹਾਂ ਇਸ ਵੇਲੇ ਸਾਡੇ ਅੰਦਰ ਜਿਹੜਾ ਜੀਵ ਕੰਮ ਕਰ ਰਿਹਾ ਜਾਗਰਤ ਅਵਸਥਾ ਵਿੱਚ, ਉਹਨੂੰ ਵਿਸ਼ਵ ਬੋਲਦੇ ਹਨ। ਉਹ ਹੈ ਵਿਸ਼ਵ ਅਭਿਮਾਨੀ। ਹਾਂਜੀ, ਥੂਲ ਸਰੀਰ ਨਾ ਥੂਲ ਵਿਖਿਆਨ ਹੁਣ ਹੈ। ਅੱਗੇ ਸਵਪਨ ਦੱਸਦੇ ਨੇ। ਜਾਗਰਤ ਅਵਸਥਾ ਦਾ ਸਵਾਲ ਸੀ ਸਿੱਖਾਂ ਦਾ, ਉਹ ਜਵਾਬ ਦੇ ਦਿੱਤਾ ਵੀ ਇਹਨੂੰ ਜਾਗਰਤ ਕਹਿੰਦੇ ਆ। ਹੁਣ ਅੱਗੇ ਸੁਪਨ ਸਮਾਨ ਜਿਹੜੀ ਅਵਸਥਾ ਹੁੰਦੀ, ਵੀ ਆਪਾਂ ਲੇਟ ਗਏ ਆ, ਅੱਖਾਂ ਬੰਦ ਨੇ, ਹਾਲੇ ਨਾ ਨੀਂਦ ਆਈ ਹੈ ਤੇ ਨਾ ਹੀ ਹਾਲੇ ਜਾਗਦੇ ਆ, ਵੀ ਸੁਪਨਾ ਜਿਹਾ ਚੱਲ ਰਿਹਾ ਵਿੱਚ। ਉਹ ਜਿਹੜਾ ਸੁਪਨਾ ਚੱਲਦਾ ਹੈ ਉਹਨੂੰ ਕਹਿੰਦੇ ਨੇ ਸਵਪਨ ਅਵਸਥਾ। ਉੱਥੇ ਕਿਹੜਾ ਸਰੀਰ ਕੰਮ ਕਰਦਾ ਹੈ? ਉੱਥੇ ਕਹਿੰਦੇ ਨਾ ਤਾਂ ਆਹ ਥੂਲ ਸਰੀਰ ਹੈ, ਆਹ ਜਿਹੜਾ ਸਰੀਰ ਇਹ ਤਾਂ ਬੈੱਡ ਤੇ ਪਿਆ ਹੋਇਆ, ਪਰ ਸੁਪਨੇ ਵਿੱਚ ਤਾਂ ਅਸੀਂ ਦੌੜੇ ਫਿਰਦੇ ਆ। ਉਹ ਕਿਹੜਾ ਸਰੀਰ ਹੈ ਜਿਹੜਾ ਸੁਪਨੇ 'ਚ ਦੌੜਿਆ ਫਿਰਦਾ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਥੂਲ ਸਰੀਰ ਤਾਂ ਬੈੱਡ ਤੇ ਪਿਆ, ਅੰਦਰ ਉਹ ਜਿਹੜਾ ਸੁਪਨੇ ਦੇ ਵਿੱਚ ਸਰੀਰ ਕੰਮ ਕਰ ਰਿਹਾ, ਉਹ ਕਿਹੜਾ ਸਰੀਰ ਹੈ? ਉੱਥੇ ਆ ਥੂਲ ਸਰੀਰ ਨਹੀਂ ਹੈ ਤੇ ਨਾ ਹੀ ਥੂਲ ਵਿਸ਼ੇ ਨੇ, ਕਿਉਂਕਿ ਥੂਲ ਸਰੀਰ ਦੇ ਥੂਲ ਹੀ ਵਿਸ਼ੇ ਹੋਣਗੇ। ਆ ਮੇਰੇ ਹੱਥ ਥੂਲ ਨੇ, ਆ ਕਿਰਪਾਨ ਫੜੀ ਆ ਮੈਂ ਹੱਥ ਵਿੱਚ, ਇਹ ਵੀ ਥੂਲ ਰੂਪ 'ਚ ਹੀ ਫੜਾਂਗਾ ਨਾ। ਹੁਣ ਉੱਥੇ ਨਾ ਥੂਲ ਸਰੀਰ ਹੈ ਤੇ ਨਾ ਹੀ ਥੂਲ ਵਿਸ਼ੇ ਨੇ। ਉੱਥੇ ਵੀ ਕਿਰਪਾਨ ਫੜੀਏ, ਉੱਥੇ ਵੀ ਕਿਸੇ ਪ੍ਰਕਾਰ ਦੀ ਵਸਤੂ ਨੂੰ ਪਕੜਿਆ ਹੋਇਆ। ਉਹ ਸਥੂਲ ਵਿਸ਼ੇ ਵੀ ਸਥੂਲ ਨਹੀਂ ਹਨ, ਸਰੀਰ ਵੀ ਸਥੂਲ ਨਹੀਂ ਹੈ, ਉੱਥੇ ਵਿਸ਼ੇ ਵੀ ਸਥੂਲ ਨਹੀਂ ਹਨ। ਸੁਖਪਤ ਕੋ ਅਭਾਵ ਜਿਸ ਮਾਹੇ। ਉੱਥੇ ਨਾ ਹੀ ਸੁਖੋਪਤੀ ਦੀ ਅਵਸਥਾ, ਉਹਦਾ ਅਭਾਵ, ਉਹਦਾ ਮਤਲਬ ਹੁੰਦਾ ਵੀ ਉਹ ਨਹੀਂ ਹੈ ਉੱਥੇ, ਯਾਨੀ ਕਿ ਗੂੜੀ ਨੀਂਦ ਵੀ ਨਹੀਂ ਹੈ, ਕੇਵਲ ਸੁਪਨਾ ਹੈ। ਗੂੜੀ ਨੀਂਦ ਵੀ ਉੱਥੇ ਨਹੀਂ ਹੈ। ਜੇ 14 ਹੈ ਅਧਿਆਤਮ ਆਦ ਕੀ। ਜਿਹੜੇ ਉੱਤੇ 14 ਦੱਸੇ ਨੇ ਨਾ, 14 ਇੰਦਰੀਆਂ ਸਥੂਲ, ਫਿਰ ਉਹਨਾਂ ਦੇ 14 ਵਿਸ਼ੇ ਤੇ 14 ਉਹਨਾਂ ਨੂੰ ਪ੍ਰਕਾਸ਼ਣ ਵਾਲੇ ਉਹਨਾਂ ਦੇ ਦੇਵਤੇ 42 ਦੱਸੇ ਨੇ ਨਾ। ਕਹਿੰਦੇ ਸਵਪਨ ਅਵਸਥਾ ਦੇ ਵਿੱਚ ਵੀ ਉਹ 42 ਹੁੰਦੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਰ ਜਾਗਰਤ ਵਿੱਚ ਸਥੂਲ ਨੇ, ਸਵਪਨ ਦੇ ਵਿੱਚ ਜਿਹੜੇ ਨੇ ਉਹ ਸੂਖਸ਼ਮ ਰੂਪ 'ਚ ਰਹਿੰਦੇ ਅੰਦਰ। ਸੁਪਨੇ ਦੇ ਵਿੱਚ ਵੀ ਅੱਖਾਂ ਦਾ ਸੁਪਨੇ ਵਿੱਚ ਵੀ ਹੁੰਦੀਆਂ ਨੇ, ਸੁਪਨੇ ਵਿੱਚ ਵੀ ਅੱਖਾਂ ਨਾਲ ਅਸੀਂ ਵੇਖਦੇ ਹੁੰਨੇ ਆ, ਸੁਪਨੇ ਵਿੱਚ ਵੀ ਕੰਨਾਂ ਨਾਲ ਸੁਣਦੇ ਹੁੰਨੇ ਆ, ਕੋਈ ਆਵਾਜ਼ ਮਾਰਦਾ। ਉੱਥੇ ਹਾਲਾਂਕਿ ਆਹ ਕੰਨ ਤਾਂ ਨਹੀਂ ਹੁੰਦੇ ਬਾਹਰਲੇ ਸਥੂਲ, ਪਰ ਸੂਖਮ ਰੂਪ ਦੇ ਵਿੱਚ ਜਦੋਂ ਸੁਪਨੇ ਦੇ ਵਿੱਚ ਅਸੀਂ ਸਾਰਾ ਸਰੀਰ ਸਾਡਾ ਬਣਿਆ ਹੁੰਦਾ, ਉਦੋਂ ਵਿਸ਼ੇ ਵੀ ਸੂਖਸ਼ਮ ਹੁੰਦੇ ਨੇ, ਔਰ ਉਹਨਾਂ ਨੂੰ ਵੇਖਣ ਸੁਣਨ ਵਾਲੀਆਂ ਜਿਹੜੀਆਂ ਸਾਡੀਆਂ ਇਹ 42 ਚੀਜ਼ਾਂ ਨੇ ਦੱਸੀਆਂ, ਜਿਹੜੀਆਂ ਜਾਗਰਤ ਵਿੱਚ ਹੁੰਦੀਆਂ ਨੇ, ਇਹ ਵੀ ਸੂਖਮ ਰੂਪ ਦੇ ਵਿੱਚ ਹੀ ਹੁੰਦੀਆਂ ਨੇ। ਰਹਿਤ ਸਮਗਰ ਵਾਸ਼ਨਾ ਜਾਹੇ। ਹਾਂ, ਇਹਨਾਂ ਦੀ ਵਾਸ਼ਨਾ ਜਿਹੜੀ ਆ ਉੱਥੇ ਰਹਿੰਦੀ ਹੈ। ਅੱਖਾਂ ਭਾਵੇਂ ਨਹੀਂ ਹਨ, ਪਰ ਅੱਖਾਂ ਨਾਲ ਵੇਖਣ ਦੀ ਵਾਸ਼ਨਾ ਤਾਂ ਅੰਦਰ ਹੈ ਨਾ, ਉਹ ਵਾਸ਼ਨਾ ਵਿਖਾ ਰਹੀ ਹੈ। ਕੰਨ ਭਾਵੇਂ ਉੱਥੇ ਨਹੀਂ ਹਨ, ਪਰ ਸੁਣਨ ਦੀ ਵਾਸ਼ਨਾ ਤਾਂ ਹੈ। ਉਹ ਜਿਹੜੀ ਸੁਣਨ ਦੀ ਵਾਸ਼ਨਾ ਸਾਡੇ ਅੰਦਰ, ਉਹ ਸੁਪਨੇ ਵਿੱਚ ਕੋਈ ਆਵਾਜ਼ ਮਾਰਦਾ ਤੇ ਅਸੀਂ ਸੁਣਦੇ ਹਾਂ। ਯਾਨੀ ਕਿ ਵਾਸ਼ਨਾ ਰੂਪ ਦੇ ਵਿੱਚ ਉਹਨਾਂ 14 ਇੰਦਰੀਆਂ ਦੇ ਜਿਹੜੇ ਭਾਵ ਨੇ, ਵਿਸ਼ੇ ਨੇ, ਉਹ ਵਾਸ਼ਨਾ ਰੂਪ ਵਿੱਚ ਸਵਪਨ ਅਵਸਥਾ ਦੇ ਵਿੱਚ ਰਹਿੰਦੇ ਹਨ। ਅਵਿਦਿਆ ਮੈਂ ਸੂਖਮ ਵਿਵਹਾਰ ਜੋ। ਉੱਥੇ ਅਵਿਦਿਆਮਈ ਹੁੰਦਾ, ਜਿਹੜਾ ਸੂਖਸ਼ਮ ਵਿਵਹਾਰ ਹੁੰਦਾ, ਉੱਥੇ ਉਹਨੂੰ ਕਹਿੰਦੇ ਨੇ ਸੁਪਨ ਅਵਸਥਾ। ਹਾਂਜੀ, ਫੁਰੈ ਅਮੂਰਤ ਸਾਖੀ ਮਾਹੇ। ਕਹਿੰਦੇ ਅਮੂਰਤ ਹੋ ਕੇ ਉਸ ਸਾਖੀ ਦੇ ਵਿੱਚ ਉਹ ਸਾਰਾ ਕੁਝ ਫੁਰਦਾ ਹੈ। ਤੈਜਸ ਅਭਿਮਾਨੀ ਕੀ ਜਾਣੋ। ਕਹਿੰਦੇ ਉਸ ਵੇਲੇ ਜਿਹੜਾ ਜੀਵ ਉੱਥੇ ਕੰਮ ਕਰਦਾ ਹੈ, ਪਿਤਾ ਦੇ ਸਾਹਮਣੇ ਆ ਕੇ ਜਿਵੇਂ ਪੁੱਤਰ ਬਣਦਾ ਹੈ, ਘਰ ਵਾਲੀ ਦੇ ਸਨਮੁਖ ਆ ਕੇ ਜਿਵੇਂ ਪਤੀ ਹੋਣ ਦਾ ਅਭਿਮਾਨ ਹੋ ਜਾਂਦਾ ਹੈ, ਸਵਪਨ ਅਵਸਥਾ ਵਿੱਚ ਜਦੋਂ ਉਹ ਵਿਸ਼ਵ ਤੇ ਜਾਗਰਤ ਅਵਸਥਾ ਵਿੱਚ ਅਭਿਮਾਨੀ ਸੀ, ਸਵਪਨ ਅਵਸਥਾ ਦੇ ਵਿੱਚ ਜਿਹੜਾ ਜੀਵ ਅਭਿਮਾਨੀ ਕੰਮ ਕਰਦਾ, ਉਹਨੂੰ ਕਹਿੰਦੇ ਨੇ ਤੈਜਸ। ਉਹ ਤੈਜਸ ਅਭਿਮਾਨੀ ਕੀ ਜਾਣੋ, ਉਹ ਤੈਜਸ ਕਿਹਾ ਜਾਂਦਾ ਉਸ ਨੂੰ। ਸੁਪਨ ਅਵਸਥਾ ਕਹੀਐ ਤਾਹੇ। ਇਸ ਨੂੰ ਸੁਪਨ ਅਵਸਥਾ ਕਿਹਾ ਜਾਂਦਾ ਹੈ। ਇਹ ਸਵਪਨ ਅਵਸਥਾ ਹੈ। ਸਵਪਨ ਅਵਸਥਾ ਦੇ ਵਿੱਚ ਸਾਡਾ ਸੂਖਸ਼ਮ ਸਰੀਰ ਕੰਮ ਕਰਦਾ, ਸਥੂਲ ਸਰੀਰ ਜਾਗਰਤ ਵਿੱਚ ਕੰਮ ਕਰਦਾ, ਤੇ ਸਵਪਨ ਅਵਸਥਾ ਵਿੱਚ ਸਾਡਾ ਸੂਖਮ ਸਰੀਰ ਹੁੰਦਾ, ਜਿਹੜਾ ਦੌੜਿਆ ਭੱਜਿਆ ਫਿਰਦਾ। ਉਹਦੀਆਂ ਇੰਦਰੀਆਂ ਵੀ ਸੂਖਮ ਨੇ, ਉਹਦੇ ਵਿਸ਼ੇ ਵੀ ਸੂਖਮ ਨੇ। ਅਮੂਰਤ ਹੋਣ ਦੇ ਸਾਖੀ ਜਿਹੜਾ ਅਮੂਰਤ ਹੋ ਕੇ ਉੱਥੇ ਵਸਦਾ ਹੈ, ਕਹਿੰਦੇ ਇਸ ਪ੍ਰਕਾਰ ਉਸ ਨੂੰ ਤੈਜਸ ਉੱਥੇ ਅਭਿਮਾਨੀ ਹੈ ਜੀਵ, ਇਹ ਸਵਪਨ ਅਵਸਥਾ ਹੈ। ਸਮਗਰ ਵਾਸ਼ਨਾ ਮੈਂ ਜੋ ਅਮੂਰਤ। ਕਹਿੰਦੇ ਹੁਣ ਸੁਖੋਪਤੀ ਦੱਸਦੇ ਨੇ, ਜਿਹੜੀ ਗੂੜੀ ਨੀਂਦ ਹੁੰਦੀ, ਜਿੱਥੇ ਕਹਿੰਦੇ ਨਾ ਵੀ ਸਾਨੂੰ ਕੁਝ ਵੀ ਨਹੀਂ ਪਤਾ ਰਿਹਾ ਕਿੱਥੇ ਪਏ ਆ,
ਉਹ ਅਵਸਥਾ ਗੂੜੀ ਨੀਂਦ, ਉਹਨੂੰ ਕਹਿੰਦੇ ਨੇ ਸੁਖੋਪਤੀ। ਇਹਨਾਂ ਤਿੰਨਾਂ ਵਿੱਚ ਹੀ ਅਸੀਂ ਰਹਿੰਦੇ ਆ। ਜਿਹੜੇ ਮਹਾਂਪੁਰਸ਼ ਹੁੰਦੇ ਨੇ ਨਾ ਤਿੰਨਾਂ ਤੋਂ ਪਰੇ ਤੁਰਿਆ ਚ ਚਲੇ ਜਾਂਦੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਈ। ਅੱਗੇ ਤੁਰਿਆ ਵੀ ਦੱਸਣੀ ਆ ਵੀ ਤੁਰਿਆ ਕਿਸ ਨੂੰ ਕਹਿੰਦੇ ਆ, ਉਹ ਵੀ ਆਉਣੀ ਆ ਕਥਾ। ਪਰ ਅਸੀਂ ਨਾ ਤਿੰਨਾਂ ਚ ਹੀ ਭਟਕੀ ਜਾਂਦੇ ਆ। ਕਦੇ ਜਾਗ ਪਏ, ਸੌਂ ਗਏ, ਸੁਪਨਾ ਵੇਖ ਲਿਆ, ਇਹਨਾਂ ਤਿੰਨਾਂ ਵਿੱਚ ਹੀ ਰਹਿੰਦੇ ਆ। ਸੁਖੋਪਤੀ ਕੀ ਹੈ? ਜਿੱਥੇ ਸਾਰੀਆਂ ਵਾਸ਼ਨਾਵਾਂ, ਕਿਉਂਕਿ ਸੁਪਨ ਦੇ ਵਿੱਚ ਤੇ ਵਾਸ਼ਨਾ ਰਹਿ ਜਾਂਦੀ ਹੈ, ਸੁਖੋਪਤੀ ਵਿੱਚ ਸਾਰੀਆਂ ਵਾਸ਼ਨਾਵਾਂ ਜਿਹੜੀਆਂ ਨੇ ਉਹ ਸਮਾ ਜਾਂਦੀਆਂ ਨੇ। ਜਿੰਨੀਆਂ ਮੂਰਤੀਆਂ ਨੇ ਅਮੂਰਤ ਹੋ ਜਾਂਦੀਆਂ ਹਨ। ਸਰਬ ਅਵਿਦਿਆ ਕੋ ਵਿਵਹਾਰ, ਉੱਥੇ ਸਾਰਾ ਅਵਿਦਿਆ ਦਾ ਹੀ ਵਿਵਹਾਰ ਹੁੰਦਾ ਹੈ। ਆਪਾਂ ਕਹਿੰਦੇ ਕੁਝ ਨਹੀਂ ਪਤਾ ਲੱਗਾ ਕਿੱਥੇ ਪਏ ਆ। ਔਰ ਇੰਨੀ ਅਵਿਦਿਆ ਹੁੰਦੀ ਹੈ ਵੀ ਉਸ ਗੂੜੀ ਨੀਂਦ ਵਿੱਚ ਪਏ ਹੋਏ ਕੋਲ ਕੋਈ ਭਰਾ ਆ ਕੇ ਬਹਿ ਕੇ ਚਲਾ ਗਿਆ, ਰਿਸ਼ਤੇਦਾਰ ਆ ਕੇ ਬਹਿ ਕੇ ਚਲਾ ਗਿਆ, ਕੋਈ ਚੋਰ ਚੋਰੀ ਕਰਕੇ ਲੈ ਗਿਆ, ਇਹਨੂੰ ਨਹੀਂ ਕੁਝ ਪਤਾ ਮੈਂ ਕਿੱਥੇ ਪਿਆ। ਬਿਲਕੁਲ ਗੂੜੀ ਨੀਂਦ, ਇੰਨੀ ਅਵਿਦਿਆ ਹੁੰਦੀ ਹੈ ਵੀ ਕੁਝ ਵੀ ਪਤਾ ਨਹੀਂ ਲੱਗਾ। ਉੱਥੇ ਸਾਰਾ ਕੁਝ ਅਵਿਦਿਆ ਦਾ ਹੀ ਵਿਵਹਾਰ ਹੈ। ਤੇ ਜਦੋਂ ਜਾਗਦਾ ਉਦੋਂ ਕਹਿੰਦਾ ਜਾਂ ਪਤਾ ਹੀ ਨਹੀਂ ਲੱਗਾ ਕਿੱਥੇ ਪਿਆ ਮੈਨੂੰ। ਉਹ ਕਹਿੰਦਾ ਯਾਰ ਮੈਂ ਤੇਰੇ ਕੋਲ ਬਹਿ ਕਹਿੰਦਾ ਮੈਨੂੰ ਨਹੀਂ ਪਤਾ ਲੱਗਾ ਵੀ ਤੂੰ ਕੋਲ ਬਹਿ ਕੇ ਗਿਆ। ਇਤਨੀ ਅਵਿਦਿਆ ਦਾ ਉੱਥੇ ਵਿਵਹਾਰ ਚੱਲਦਾ ਹੈ। ਕਾਰਣ ਦੇਹ ਅਵਿਦਿਆ ਮਹਿ, ਜਿਹੜੀ ਉੱਥੇ ਦੇਹ ਕੰਮ ਕਰਦੀ ਹੈ ਉਹਨੂੰ ਕਹਿੰਦੇ ਨੇ ਕਾਰਨ ਦੇ। ਤੇ ਉਹ ਕਾਰਨ ਦੇ ਅਵਿਦਿਆ ਦੀ ਬਣੀ ਹੋਈ ਹੈ। ਅਵਿਦਿਆ ਯਾਨੀ ਕਿ ਮੈਨੂੰ ਕੁਝ ਨਹੀਂ ਪਤਾ, ਇਹਨੂੰ ਕਹਿੰਦੇ ਨੇ ਅਵਿਦਿਆ। ਮੈਂ ਕੁਝ ਨਹੀਂ ਜਾਣਦਾ, ਇਸ ਦਾ ਨਾਮ ਅਵਿਦਿਆ ਹੈ। ਔਰ ਉਹ ਜਿਹੜੀ ਕਾਰਨ ਦੇਹ ਹੈ ਨਾ, ਸਾਡੇ ਅੰਦਰ ਤਿੰਨ ਸਰੀਰ ਨੇ ਨਾ। ਜਾਗਰਤ ਵਿੱਚ ਸਥੂਲ ਕੰਮ ਕਰਦਾ ਔਰ ਉਸ ਦਾ ਅਭਿਮਾਨੀ ਹੈ ਵਿਸ਼ਵ। ਸਵਪਨ ਦੇ ਵਿੱਚ ਸੂਖਸ਼ਮ ਸਰੀਰ ਕੰਮ ਕਰਦਾ ਔਰ ਉਸ ਨੂੰ ਚਲਾਉਣ ਵਾਲਾ ਉਹਦਾ ਅਭਿਮਾਨੀ ਹੈ ਤੈਜਸ। ਔਰ ਸੁਖੋਪਤੀ ਵਿੱਚ ਗੂੜੀ ਨੀਂਦ ਵਿੱਚ ਸਾਡਾ ਕਾਰਨ ਸਰੀਰ ਕੰਮ ਕਰਦਾ ਔਰ ਉਸ ਦਾ ਅਭਿਮਾਨੀ ਹੈ ਪ੍ਰਾਗ, ਜਿਸ ਨੂੰ ਪ੍ਰਗਿਆ ਵੀ ਕਹਿ ਦਿੰਦੇ ਆ। ਪ੍ਰਾਗ ਉਹਦਾ ਅਭਿਮਾਨੀ ਹੈ। ਤੋ ਕਹਿੰਦੇ ਕਾਰਨ ਦੇਹ ਹੁੰਦੀ ਆ, ਉਹ ਕਾਰਨ ਦੇਹ ਬਣਦੀ ਅਵਿਦਿਆ ਦੀ ਹੈ। ਹਾਂਜੀ, ਭਏ ਲੀਨ ਸੂਖਮਤਾ ਸਾਰ, ਸਾਰਾ ਕੁਝ ਉੱਥੇ ਲੀਨ ਹੋ ਜਾਂਦਾ। ਇੰਦਰੀਆਂ ਦੇ ਵਿਸ਼ੇ, ਸੂਖਸ਼ਮ ਵਿਸ਼ੇ, ਸਥੂਲ ਵਿਸ਼ੇ, ਸਭ ਕੁਝ ਉਹਦੇ ਵਿੱਚ ਲੈ ਹੋ ਜਾਂਦਾ। ਸੂਖਮ ਬਿਲਕੁਲ ਸੁਖੋਪਤੀ ਵਿੱਚ ਸਾਖੀ ਗਿਆਨ ਰਹਿਓ ਸਨ ਮਾਤਰੰ, ਪਰ ਉੱਥੇ ਵੀ ਜਿਹੜਾ ਗਿਆਨ ਹੈ ਉਹ ਸਾਖੀ ਹੋ ਕੇ ਕਾਰਨ ਤੋਂ ਪਰੇ ਰਹਿੰਦਾ ਹੈ। ਸਤ ਮਾਤਰ ਉਹ ਹੈ। ਕਿਉਂਕਿ ਜਦੋਂ ਜਾਗਦਾ ਹੈ ਉਦੋਂ ਜਾਗ ਕੇ ਕਹਿੰਦਾ ਯਾਰ ਅੱਜ ਬੜੇ ਸੁੱਖ ਦੀ ਨੀਂਦ ਸੁੱਤੇ ਆ ਵੀ ਸਾਰੀ ਥਕੇਵਾਂ, ਸਾਰੀ ਥਕਾਵਟ ਲੈ ਗਈ। ਉਹ ਕਿਹਨੇ ਸੁੱਖ ਮਾਣਿਆ ਅੰਦਰ, ਜਦੋਂ ਉੱਥੇ ਤਾਂ ਕੋਈ ਰਿਹਾ ਹੀ ਨਹੀਂ ਕਾਰਨ ਸਰੀਰ ਵੀ। ਕਿਉਂਕਿ ਉੱਥੇ ਗਿਆਨ ਤਾਂ ਸੀਗਾ ਪਰ ਉਸ ਵੇਲੇ ਉਹਨੂੰ ਅਵਿਦਿਅਕ ਰੂਪ ਵਿੱਚ ਸੀਗਾ। ਉਹਨੂੰ ਇਹ ਨਹੀਂ ਪਤਾ ਵੀ ਮੈਂ ਸੁੱਤਾ ਪਿਆ। ਪਰ ਜਦੋਂ ਜਾਗਦਾ ਹੈ ਉਹ ਕਿਹਨੇ ਅਨੁਭਵ ਕੀਤਾ? ਉਹ ਹੈ ਸਤ ਮਾਤਰ ਪ੍ਰਮਾਤਮਾ ਦੀ ਅੰਸ਼, ਜਿਸ ਨੂੰ ਸਾਖੀ ਕਹਿੰਦੇ ਆ। ਕਾਰਨ ਸਰੀਰ ਤੋਂ ਪਰੇ ਉਹ ਆਤਮਾ ਹੈ। ਸੁਪਨ ਅਵਸਥਾ ਦੇ ਵਿੱਚ ਜਾਗਤ ਸੁਖੋਪਤੀ ਵਿੱਚ ਜਦੋਂ ਚਲੇ ਗਏ, ਕਾਰਨ ਸਰੀਰ ਤੋਂ ਵੀ ਪਰੇ, ਕਿਉਂਕਿ ਤਿੰਨ ਸਰੀਰਾਂ ਤੋਂ ਪਰੇ ਉਹਦੇ ਵਿੱਚ ਉਹ ਆਤਮਾ ਦਾ ਅਨੁਭਵ ਸਾਖੀ। ਉਦੋਂ ਤਾਂ ਉਹਨੂੰ ਨਹੀਂ ਪਤਾ ਲੱਗਾ, ਪਰ ਜਦੋਂ ਉੱਠਿਆ ਉਹਨੇ ਆਖਿਆ ਅੱਜ ਬੜੇ ਆਨੰਦ ਦੀ ਨੀਂਦ ਆਈ ਆ ਵੀ ਥਕੇਵਾਂ ਲੈ ਗਿਆ, ਦਿਮਾਗ ਰਿਲੈਕਸ ਹੋ ਗਿਆ। ਉਹ ਕਹਿੰਦੇ ਮਾਣਿਆ ਅੰਦਰ, ਕਹਿੰਦੇ ਉਹ ਰਹਿ ਗਿਆ ਸੀ ਉੱਥੇ। ਸਾਖੀ ਗਿਆਨ ਰਹਿਓ ਸਨ ਮਾਤਰ ਪ੍ਰਾਗ ਅਭਿਮਾਨੀ ਕੀ ਨਿਰਧਾਰ। ਕਹਿੰਦੇ ਉਸ ਜਿਹੜਾ ਸਾਖੀ ਰੂਪ ਹੋ ਕਰਕੇ, ਗਿਆਨ ਮਾਤਰ ਹੋ ਕਰਕੇ ਜਿਹੜਾ ਰਹਿ ਗਿਆ ਸੀ, ਉੱਥੇ ਜਿਹੜਾ ਅਭਿਮਾਨੀ ਸੀ ਉਸ ਦਾ, ਉਹਨੂੰ ਕਹਿੰਦੇ ਨੇ ਪ੍ਰਾਗ। ਹਾਂਜੀ, ਇਹ ਸੁਖਪਤੀ ਅਵਸਥਾ ਲਖ ਸਿੱਖ, ਇਹ ਸਿੱਖੋ ਇਹਨੂੰ ਸੁਖੋਪਤੀ ਕਹਿੰਦੇ ਹਨ। ਤੀਨੋਂ ਭਨੀ ਭਲੇ ਔਰ ਧਾਰ, ਇਹ ਤਿੰਨੇ ਅਵਸਥਾਵਾਂ ਤੁਹਾਨੂੰ ਦੱਸ ਦਿੱਤੀਆਂ ਨੇ, ਭਲੀ ਪ੍ਰਕਾਰ ਨਾਲ ਇਹਨੂੰ ਨਿਰਧਾਰਿਤ ਕਰ ਲਓ। ਜਾਗਰਤ ਕੀ ਹੈ, ਸੁਪਨ ਕੀ ਹੈ, ਸੁਖੋਪਤੀ ਕੀ ਹੈ। ਉਸ ਜਾਗਰਤ ਵਿੱਚ ਕਿਹੜਾ ਸਰੀਰ ਕੰਮ ਕਰਦਾ, ਉਹਦਾ ਅਭਿਮਾਨੀ ਕੀ ਹੈ। ਸੁਖੋਪਤੀ ਵਿੱਚ ਕਿਹੜਾ ਸਰੀਰ ਕੰਮ ਕਰਦਾ, ਉਹਦਾ ਅਭਿਮਾਨੀ ਕੀ ਹੈ। ਸੁਪਨ ਵਿੱਚ ਕਿਹੜਾ ਸਰੀਰ ਕੰਮ ਕਰਦਾ ਤੇ ਉਹਦਾ ਅਭਿਮਾਨੀ ਕੀ ਹੈ। ਭਾਈ ਦਇਆ ਸਿੰਘ ਜੀ ਕਹਿੰਦੇ ਮੈਂ ਤੁਹਾਨੂੰ ਦੱਸ ਦਿੱਤਾ, ਇਸ ਨੂੰ ਨਿਰਧਾਰਨ ਕਰ ਲਵੋ, ਇਸ ਨੂੰ ਜਾਣ ਲਵੋ। ਜਾਗਰਤ ਮੈਂ ਹੈ ਕਿਸ ਕਾਰਨ ਤੇ ਕਿਤ। ਹੁਣ ਪੁੱਛਿਆ ਸੀ ਸਿੱਖਾਂ ਨੇ
ਇੱਕ ਹੋਰ ਸਵਾਲ ਕੀਤਾ ਸੀ, ਮੂਰਛਾ ਕਿਸ ਨੂੰ ਕਹਿੰਦੇ ਆ? ਮੂਰਛਤ ਹੋਣਾ, ਬੇਹੋਸ਼, ਬੇਸੁੱਧੀ ਜਿਹਨੂੰ ਕਹਿੰਦੇ ਆ, ਇਹ ਕੀ ਹੈ? ਮੂਰਛਾ ਕੀ ਹੈ ਇਹ ਪੁੱਛਿਆ ਸੀ। ਹੁਣ ਦੱਸਦੇ ਨੇ, ਕਹਿੰਦੇ ਜਾਗਦੇ ਪਏ ਆ, ਜਾਗਦਿਆਂ ਕਿਸੇ ਕਾਰਨ ਕਿਤੇ ਸਰੀਰ ਤੇ ਚੋਟ ਲੱਗ ਗਈ, ਬੜੇ ਜ਼ੋਰ ਨਾਲ ਲੱਗੀ ਹੈ ਚੋਟ। ਹਾਂਜੀ, ਲਗ ਹੈ ਚੋਟ ਜਹ ਮਰਮ ਸਥਾਨ। ਸਰੀਰ ਦੇ ਕਿਸੇ ਕੂਲੇ ਜੇ ਥਾਂ ਤੇ ਜਾਂ ਸਿਰ ਤੇ ਸੱਟ ਲੱਗ ਗਈ, ਜਾਂ ਕੋਈ ਇਹੋ ਜਿਹਾ ਸਰੀਰ ਦਾ ਗੁੱਝਾ ਅੰਗ ਜਿੱਥੇ ਜ਼ੋਰ ਨਾਲ ਸੱਟ ਲੱਗ ਗਈ, ਚੋਟ ਲੱਗ ਗਈ। ਕਿਦੋ ਰੋਗ ਕੈ ਅਪਰ ਹੇਤ ਹੋਏ। ਜਾਂ ਫਿਰ ਕਿਸੇ ਰੋਗ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਜੋ ਲੋਰ ਹੈ ਅਚੇਤ ਮਹਾਨ। ਬੇਹੋਸ਼ ਹੋ ਜਾਏ। ਕਈ ਵਾਰ ਸਿਰ 'ਚ ਸੱਟ ਲੱਗ ਕੇ ਬੰਦਾ ਬੇਹੋਸ਼ ਹੋ ਜਾਂਦਾ, ਕਈ ਵਾਰ ਕਿਸੇ ਰੋਗ ਕਰਕੇ ਵੀ ਕਿਸੇ ਨੂੰ ਮਿਰਗੀ ਪੈ ਜਾਏ, ਉਹ ਵੀ ਬੇਹੋਸ਼ ਹੋ ਕੇ ਡਿੱਗ ਪੈਂਦਾ, ਕਈ ਵਾਰ ਉਦਾਂ ਕਿਸੇ ਕਾਰਨ ਕਰਕੇ ਕੋਮਾ 'ਚ ਚਲਿਆ ਜਾਂਦਾ, ਉਹਨੂੰ ਕਹਿੰਦੇ ਨੇ ਮੂਰਛਾ। ਉਹਨੂੰ ਮੂਰਛਾ ਕਹਿੰਦੇ ਆ। ਇਹ ਮੂਰਛਾ ਦੀ ਅਵਸਥਾ ਹੈ। ਉਹ ਜਦੋਂ ਤੱਕ ਉਹ ਅਚੇਤ ਰਹਿੰਦਾ, ਹੋਸ਼ ਵਿੱਚ ਨਹੀਂ ਆਉਂਦਾ, ਉਹਨੂੰ ਮੂਰਛਾ ਦੀ ਅਵਸਥਾ ਕਹਿੰਦੇ। ਕਿਉਂਕਿ ਜਾਗਰਤ, ਸੁਪਨ ਤੇ ਸੁਖੋਪਤੀ ਤਾਂ ਹੈ ਨਹੀਂ ਨੇ, ਤਿੰਨ ਅਵਸਥਾਵਾਂ, ਪਰ ਚੌਥੀ ਮੂਰਛਾ ਦੀ ਵੀ ਹੈ, ਜਿੱਥੇ ਬਿਲਕੁਲ ਅਚੇਤ ਹੋ ਕੇ ਪਿਆ, ਬਿਲਕੁਲ ਬੇਹੋਸ਼ ਹੈ, ਬੇਸੁੱਧੀ ਵਿੱਚ ਹੈ। ਤੋਲੋ ਸਾਖੀ ਕੇਰ ਅਵੰਤਰ। ਕਹਿੰਦੇ ਉਦੋਂ ਤੱਕ ਇਹਦੇ ਅੰਦਰ ਜਿਹੜਾ ਸਾਖੀ ਕੰਮ ਕਰਦਾ, ਉਹਦੇ ਤੇ ਅਵੰਤਰ ਪਰਦਾ ਪੈ ਜਾਂਦਾ ਹੈ। ਵਿਸ਼ਵ ਅਭਿਮਾਨੀ ਕੋ ਪਹਿਚਾਨ। ਉਹ ਜਾਗਰਤ ਦਾ ਹੀ ਇੱਕ ਪਾਰਟ ਮੰਨਿਆ ਜਾਏਗਾ, ਦੂਸਰਾ ਪਾਰਟ ਮੰਨਿਆ ਜਾਏਗਾ ਬੇਹੋਸ਼ੀ ਦੀ ਹਾਲਤ ਜਿਹੜੀ ਹੈ। ਉਹਦੇ ਵਿੱਚ ਜਿਹੜਾ ਕੰਮ ਕਰਦਾ ਅਭਿਮਾਨੀ, ਉਹ ਵਿਸ਼ਵ, ਇੱਕ ਜਾਗਰਤ ਵਿੱਚ ਵੀ ਵਿਸ਼ਵ ਅਭਿਮਾਨੀ ਹੈ। ਜਿਹੜੀ ਉਹ ਮੂਰਛਾ ਦੀ ਅਵਸਥਾ ਹੈ, ਪਰ ਉਹਦੇ ਤੇ ਫਰਕ ਇੰਨਾ ਵੀ ਉਸ ਵਿਸ਼ਵ ਅਭਿਮਾਨੀ ਦੇ ਉੱਤੇ ਇੱਕ ਪਰਦਾ ਪੈ ਗਿਆ। ਅਭਿਮਾਨੀ ਉਸੇ ਨਹੀਂ ਰਹਿਣਾ, ਅਵੰਤਰ ਪਰਦਾ ਪੈ ਗਿਆ, ਉਹਨੂੰ ਮੂਰਛਾ ਕਹਿੰਦੇ ਹਨ। ਹਾਂਜੀ, ਕਹੈ ਮੂਰਛਾ ਕੋ ਸਰੂਪ ਇਹ। ਇਹਨੂੰ ਮੂਰਛਾ ਦਾ ਸਰੂਪ ਕਹਿੰਦੇ ਹਨ। ਜਾਵਦ ਨਹੀਂ ਪ੍ਰਾਨ ਕੋ ਹਾਨ। ਇਹ ਮੂਰਛਾ ਉਦੋਂ ਤੱਕ ਮੰਨੀ ਜਾਏਗੀ ਜਦੋਂ ਤੱਕ ਇਹਦੇ ਅੰਦਰੋਂ ਪ੍ਰਾਣ ਨਹੀਂ ਟੁੱਟ ਜਾਂਦੇ। ਕੋਮਾ ਵਿੱਚ ਪਏ ਕਈਆਂ ਨੂੰ 10-10 ਸਾਲ ਵੀ ਬੀਤ ਜਾਂਦੇ ਆ, ਪਰ ਉਹ ਜੀਵਤ ਹੀ ਮੰਨੇ ਜਾਂਦੇ, ਮਰੇ ਤਾਂ ਨਹੀਂ ਮੰਨੇ ਜਾਂਦੇ। ਉਦੋਂ ਤੱਕ ਉਹ ਮੂਰਛਾ ਦੀ ਹੀ ਹਾਲਤ ਮੰਨੀ ਜਾਏਗੀ ਜਦੋਂ ਤੱਕ ਉਹ ਦੁਬਾਰਾ ਹੋਸ਼ ਵਿੱਚ ਨਹੀਂ ਆਉਂਦਾ ਤੇ ਜਦੋਂ ਤੱਕ ਪ੍ਰਾਣ ਚੱਲ ਰਹੇ ਨੇ। ਹਾਂਜੀ, ਤ੍ਰਿਪੁਟੀ ਗਿਆਤਾ ਗਿਆਨ ਗੇਜੈ ਹੈ। ਹੁਣ ਅੱਗੇ ਪੁੱਛਿਆ ਸੀ ਸਿੱਖਾਂ ਨੇ ਵੀ ਸਮਾਧੀ ਕੀ ਹੈ, ਸਮਾਧੀ ਕਿਸ ਨੂੰ ਕਹਿੰਦੇ ਆ? ਕਿਉਂਕਿ ਮੂਰਛਾ ਵੀ ਦੱਸ ਦਿੱਤਾ ਤੇ ਹੁਣ ਸਮਾਧੀ ਦੱਸਣ ਲੱਗੇ ਨੇ। ਕਹਿੰਦੇ ਜਿੱਥੇ ਤ੍ਰਿਪੁਟੀ ਹੁੰਦੀ ਆ ਨਾ, ਗਿਆਤਾ, ਗਿਆਨ ਤੇ ਗੇ, ਤਿੰਨ ਚੀਜ਼ਾਂ ਹੁੰਦੀਆਂ। ਗਿਆਤਾ ਜਾਣਨ ਵਾਲਾ, ਗਿਆਨ ਉਹ ਸਾਧਨ ਜਿਸ ਦੁਆਰਾ ਗਿਆਨ ਪ੍ਰਾਪਤ ਕਰਨਾ, ਗੇ ਜਿਸ ਵਸਤੂ ਦਾ ਗਿਆਨ ਲੈਣਾ ਹੈ। ਤਿੰਨ ਚੀਜ਼ਾਂ ਹੁੰਦੀਆਂ, ਗਿਆਤਾ, ਗਿਆਨ ਤੇ ਗੇ। ਮੰਨ ਲਓ ਵੀ ਆਪਾਂ ਗਿਆਤਾ ਬੈਠੇ ਆ, ਜਾਣਨਾ ਚਾਹੁੰਦੇ ਆ, ਜਾਣਨ ਲਈ ਸਾਧਨ, ਜਿਸ ਸਾਧਨ ਦੁਆਰਾ ਜਾਣਨਾ, ਕੰਨਾਂ ਦੁਆਰਾ ਸੁਣ ਕੇ ਜਾਣਨਾ, ਅੱਖਾਂ ਨਾਲ ਪੜ੍ਹ ਕੇ ਜਾਣਨਾ, ਉਹ ਜਿਹੜੀ ਬਿਰਤੀ ਕੰਮ ਕਰਦੀ ਹੈ ਉਹਨੂੰ ਕਹਿੰਦੇ ਨੇ ਗਿਆਨ। ਜਿਸ ਨੂੰ ਜਾਣਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਣਨਾ, ਜੇ ਵੇਖ ਕੇ ਪੜ੍ਹ ਕੇ ਜਾਣਨਾ ਤਾਂ ਉਹ ਪੜ੍ਹ ਕੇ ਜਾਣਨ ਦਾ ਸਾਧਨ ਤਰੀਕਾ ਗਿਆਨ। ਔਰ ਜਿਨ੍ਹਾਂ ਦਾ ਗਿਆਨ ਹਾਸਲ ਕਰਨਾ ਉਹਨੂੰ ਕਹਿੰਦੇ ਨੇ ਗੇ, ਜਿਸ ਨੂੰ ਜਿਸ ਦਾ ਗਿਆਨ ਲੈਣਾ, ਗਿਆਨ, ਗਿਆਤਾ, ਗੇ। ਇਸੇ ਤਰ੍ਹਾਂ ਤ੍ਰਿਪਟੀ ਹੁੰਦੀ, ਧਿਆਨ, ਧਿਆਤਾ ਤੇ ਪ੍ਰਮਾਣ, ਪ੍ਰਮਾਤਾ, ਪਰਮੇ। ਤ੍ਰਿਪਟੀਆਂ ਹੁੰਦੀਆਂ ਨੇ, ਤਿੰਨ ਤਿੰਨ ਚੀਜ਼ਾਂ। ਧਿਆਨ, ਧਿਆਤਾ, ਤੇ ਵਿੱਚ, ਇਹਦੇ ਵਿੱਚ ਵੀ ਤਿੰਨ ਚੀਜ਼ਾਂ ਨੇ। ਆਪਾਂ ਸਾਰੇ ਧਿਆਤਾ ਹਾਂ, ਧਿਆਉਣ ਵਾਲੇ। ਕਿਹਨਾਂ ਨੂੰ ਧਿਆ ਰਹੇ ਹਾਂ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ। ਗੁਰੂ ਗ੍ਰੰਥ ਸਾਹਿਬ ਜੀ ਕੌਣ ਨੇ? ਉਹ ਧੇ ਨੇ, ਜਿਨ੍ਹਾਂ ਨੂੰ ਧਿਆਉਣਾ ਉਹ ਧੇ ਨੇ। ਤੇ ਧਿਆਨ ਦੇ ਦੁਆਰਾ ਜਿਹੜੀ ਸਾਡੀ ਪ੍ਰਕਿਰਿਆ ਅੰਦਰ ਕੰਮ ਕਰ ਰਹੀ ਹੈ ਗੁਰੂ ਗ੍ਰੰਥ ਸਾਹਿਬ ਤੇ ਸਾਡੇ ਵਿੱਚ ਜਿਹੜੀ ਸਾਡੀ ਪ੍ਰਕਿਰਿਆ ਧਿਆਉਣ ਦੀ ਕੰਮ ਕਰ ਰਹੀ, ਉਹਨੂੰ ਕਹਿੰਦੇ ਨੇ ਧਿਆਨ। ਇਹ ਤ੍ਰਿਪਟੀ ਹੁੰਦੀ ਹੈ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਕਹਿੰਦੇ ਵੀ ਤ੍ਰਿਪਟੀ ਗਿਆਤਾ ਗਿਆਨ ਗੇ, ਜਹ ਭਾਸੈ ਬ੍ਰਹਮ ਭਾਵ ਕੋ ਲੀਨ। ਜਿੱਥੇ ਗਿਆਨ, ਗਿਆਤਾ, ਗੇ ਦੀ ਤ੍ਰਿਪਟੀ ਭਾਸਦੀ ਹੈ ਔਰ ਬ੍ਰਹਮ ਭਾਵ ਉੱਥੇ ਲੀਨ ਹੁੰਦਾ ਹੈ। ਤੇਹ ਸਮਾਦ ਸਵਿਕਲਪ ਕਹਿਤ ਹੈ। ਇਹਨੂੰ ਸਾ ਵਿਕਲਪ ਸਮਾਧੀ ਕਹਿੰਦੇ। ਸਮਾਧੀ ਦੋ ਪ੍ਰਕਾਰ ਦੀ ਦੱਸ ਰਹੇ ਨੇ, ਇੱਕ ਨਿਰਵਿਕਲਪ ਹੈ, ਇੱਕ ਸਾ ਵਿਕਲਪ ਹੈ।
ਜਿੱਥੇ ਬ੍ਰਹਮ ਭਾਵ ਲੀਨ ਰਹਿੰਦਾ ਔਰ ਉਹਨੂੰ ਧਿਆਉਂਦਿਆਂ ਧਿਆਉਂਦਿਆਂ ਉਹਦਾ ਰੂਪ ਹੋ ਗਏ, ਪਰ ਵਿੱਚ ਨਾਲ ਕੰਮ ਕਰ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਧਿਆ ਰਿਹਾ, ਉਹ ਸਾਹਮਣੇ ਗੁਰੂ ਗ੍ਰੰਥ ਸਾਹਿਬ ਨੇ ਮੈਂ ਵੱਖਰਾ, ਧਿਆਉਂਦਿਆਂ ਧਿਆਉਂਦਿਆਂ ਬਾਕੀ ਆਲਾ ਦੁਆਲਾ ਭੁੱਲ ਗਿਆ, ਸਰੀਰ ਦਾ ਭੁੱਲ ਗਿਆ, ਸਥਾਨ ਭੁੱਲ ਗਿਆ, ਟਾਈਮ ਭੁੱਲ ਗਿਆ, ਸਮਾਧੀ ਲੱਗ ਗਈ। ਪਰ ਇਹਨਾਂ ਅੰਦਰ ਜਾਣਕਾਰੀ ਬਣੀ ਹੋਈ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਵੱਖਰੇ ਨੇ ਤੇ ਮੈਂ ਵੱਖਰਾ ਉਹਨਾਂ ਨੂੰ ਧਿਆ ਰਿਹਾ। ਇਹਨੂੰ ਕਹਿੰਦੇ ਨੇ ਗੁਰੂ ਖਾਲਸਾ ਜੀ ਸਾ ਵਿਕਲਪ ਸਮਾਧੀ। ਹਾਂਜੀ, ਜੈ ਹੈ ਤ੍ਰਿਪੁਟੀ ਵਿਕਲਪ ਵਿਹੀਨ। ਪਰ ਇੱਕ ਅਵਸਥਾ ਐਸੀ ਵੀ ਹੈ ਜਿੱਥੇ ਤ੍ਰਿਪਟੀ ਵੀ ਨਹੀਂ ਰਹਿ ਜਾਂਦੀ। ਆਖੋ ਸਤਨਾਮ ਸੇ ਸ੍ਰੀ ਵਾਹਿਗੁਰੂ। ਜਿੱਥੇ ਮੈਂ ਤੂੰ ਦਾ ਵੀ ਭਾਵ ਨਹੀਂ ਰਹਿ ਜਾਂਦਾ, ਮੈਂ ਤੂੰ ਤਹਾਂ ਨਾ ਸੰਭਵ ਹੈ। ਜਿੱਥੇ ਮੈਂ ਤੂੰ ਦਾ ਵੀ ਚਿੰਤਨ ਨਹੀਂ ਰਹਿ ਜਾਂਦਾ, ਤ੍ਰਿਪਟੀ ਨਹੀਂ ਰਹਿ ਜਾਂਦੀ। ਧਿਆਉਣ ਵਾਲਾ ਜਿਸ ਨੂੰ ਧਿਆਰਿਆ ਉਹਦੇ ਵਿੱਚ ਹੀ ਇੱਕਮਿਕ ਹੋ ਗਿਆ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਲਾਹੌਰ ਗਏ, ਉੱਥੋਂ ਅੰਬ ਖਰੀਦਿਆ, ਕੁਰਤਾ ਆਖਿਆ ਗੁਰੂ ਅਮਰਦਾਸ ਸਾਹਿਬ ਨੂੰ ਚਕਾਵਾਂਗੇ। ਰਸਤੇ ਵਿੱਚ ਆ ਰਹੇ ਨੇ, ਵੇਖਿਆ ਵੀ ਮੌਸਮ ਦੇ ਕਰਕੇ ਉਹ ਅੰਬ ਜਿਹੜਾ ਸੀ ਉਹ ਫਟਣ ਵਾਲਾ ਵੀ, ਇਹ ਤਾਂ ਪਹੁੰਚਣਾ ਨਹੀਂ ਗੋਇੰਦਵਾਲ ਸਾਹਿਬ। ਬਹਿ ਗਏ। ਉਹ ਅੰਬ ਦਾ ਜਿਹੜਾ ਫਲ ਸੀ ਉਹ ਜਗਤ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਆਪ ਛਕਣ ਲੱਗ ਪਏ। ਧਿਆਨ ਗੁਰੂ ਅਮਰਦਾਸ ਜੀ ਦਾ ਕਰਕੇ ਵੀ ਉਹ ਛਕ ਰਹੇ ਨੇ। ਐਨ ਇੱਕਮਿਕ ਹੋ ਗਏ। ਛਕ ਵਾਕਈ ਗੁਰੂ ਰਾਮਦਾਸ ਜੀ ਰਹੇ ਸਨ ਵੇਖਣ 'ਚ, ਪਰ ਉਹਦਾ ਸਵਾਦ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ 'ਚ ਬੈਠੇ ਮਾਣ ਰਹੇ ਨੇ। ਏਦਾਂ ਇੱਕਮਿਕ ਹੋ ਗਏ। ਬਾਬਾ ਬਿਧੀ ਚੰਦ ਸਾਹਿਬ ਜਦ ਦੁਸ਼ਾਲੇ ਲੈ ਕੇ ਆਏ ਤੇ ਭੱਠ 'ਚ ਲੁਕਣਾ ਪਿਆ, ਫੌਜਾਂ ਆ ਗਈਆਂ ਪਿੱਛੇ। ਗੁਰੂ ਹਰਗੋਬਿੰਦ ਸਾਹਿਬ ਦਾ ਧਿਆਨ ਧਾਰਨ ਕੀਤਾ, ਐਨ ਇੱਕਮਿਕ ਹੋ ਗਏ। ਬਲਦਾ ਭੱਠ ਹੈ, ਧਿਆਨ ਗੁਰੂ ਹਰਗੋਬਿੰਦ ਸਾਹਿਬ ਦਾ, ਤੇ 6ਵੇਂ ਪਾਤਸ਼ਾਹ ਦੇ ਤਨ ਤੇ ਜਲ ਪਾਇਆ ਜਾ ਰਿਹਾ ਹੈ, ਪਰ ਉਹਦੀ ਸ਼ੀਤਲਤਾ, ਉਹਦੀ ਠੰਡਕ ਬਾਬਾ ਬਿਧੀ ਚੰਦ ਸਾਹਿਬ ਨੂੰ ਭੱਠ 'ਚ ਬੈਠਿਆਂ ਪ੍ਰਾਪਤ ਹੋ ਰਹੀ ਹੈ। ਇਹ ਕਹਿੰਦੇ ਆ ਨਿਰਵਿਕਲਪ ਸਮਾਧੀ। ਜਿੱਥੇ ਧਿਆਉਣ ਵਾਲਾ ਜਿਸ ਨੂੰ ਧਿਆ ਰਿਹਾ ਉੱਥੇ ਤ੍ਰਿਪਟੀ ਰਹਿ ਹੀ ਨਹੀਂ ਗਈ। ਧਿਆਨ ਧਿਆਤਾ ਤੇ ਗਿਆਨ ਗਿਆਤਾ ਗੇਰੀ, ਜਿੱਥੇ ਤ੍ਰਿਪਟੀ ਨਾ ਰਹੇ, ਇਸ ਨੂੰ ਨਿਰਵਿਕਲਪ ਸਮਾਧੀ ਕਹਿੰਦੇ ਹਨ। ਇੱਕ ਬ੍ਰਹਮ ਭਾਵ ਸਮੇਤ ਸਮਾਧੀ। ਕਹਿੰਦੇ ਇੱਕ ਬ੍ਰਹਮ ਭਾਵ ਦੇ ਸਮੇਤ ਇਹ ਜਿਹੜੀ ਸਮਾਧੀ ਹੈ, ਨਿਰਵਿਕਲਪ ਤੇਹ ਕੋ ਮਨ ਚੀਨ। ਇਹਨੂੰ ਨਿਰਵਿਕਲਪ ਸਮਾਧੀ ਕਹਿੰਦੇ। ਕੇਵਲ ਬ੍ਰਹਮ ਭਾਵ, ਬ੍ਰਹਮ ਉਹਦਾ ਹੀ ਭਾਵ ਰਹਿ ਜਾਏ ਹਿਰਦੇ 'ਚ। ਕਹਿੰਦੇ ਇਹਦੇ ਸਮੇਤ ਜਿਹੜੀ ਸਮਾਧੀ ਲੱਗਦੀ ਹੈ, ਇਸ ਨੂੰ ਨਿਰਵਿਕਲਪ ਸਮਾਧੀ ਬੋਲਦੇ ਨੇ। ਹੇ ਗੁਰਸਿੱਖੋ, ਇਹਨੂੰ ਆਪਣੇ ਮਨ ਵਿੱਚ ਚੀਨ ਕਹੀਏ, ਜਾਣ ਲਓ। ਵਿਸ਼ਵ ਅਭਿਮਾਨੀ ਕੀ ਸਾਖੀ ਮੈਂ ਹੈ। ਕਹਿੰਦੇ ਉਦੋਂ ਵੀ ਜਿਹੜਾ ਅੰਦਰ ਜੀਵ ਕੰਮ ਕਰਦਾ ਸਮਾਧੀ ਵਿੱਚ, ਕਿਉਂਕਿ ਉਦੋਂ ਵੀ ਇੱਕ ਨੇ। ਜਿਵੇਂ ਮੈਂ ਪਹਿਲਾਂ ਉਦਾਹਰਣ ਦਿੱਤੀ ਆ ਵੀ ਜਿਵੇਂ ਇੱਕੋ ਆਦਮੀ ਵੱਖੋ ਵੱਖਰੇ ਸੰਬੰਧੀਆਂ ਨਾਲ ਜੁੜ ਕੇ ਉਹਨਾਂ ਦਾ ਵੱਖੋ ਵੱਖਰਾ ਅਭਿਮਾਨ ਬਣ ਜਾਂਦਾ। ਸੁਪਨ ਜਾਗਰਤ ਸੁਖੋਪਤੀ ਵਿੱਚ ਵੱਖੋ ਵੱਖਰੇ ਅਭਿਮਾਨੀ ਸੀ, ਵਿਸ਼ਵ ਤੈਜਸ ਤੇ ਪ੍ਰਗਿਆ। ਹੁਣ ਜਿਹੜੀ ਸਮਾਧੀ ਹੈ, ਉਦੋਂ ਕਿਹੜਾ ਜੀਵ ਕੰਮ ਕਰਦਾ ਅੰਦਰ? ਕਹਿੰਦੇ ਉਦੋਂ ਵੀ ਵਿਸ਼ਵ ਜਿਹੜਾ ਜੀਵ ਹੈ ਉਹੀ ਅਭਿਮਾਨੀ ਹੁੰਦਾ ਸਮਾਧੀ ਦੇ ਵਿੱਚ, ਉਹੀ ਸਾਖੀ ਹੁੰਦਾ। ਦੋਏ ਪ੍ਰਕਾਰ ਕੀ ਕਾਹੈ ਪ੍ਰਬੀਨ। ਇਦਾਂ ਇਹ ਦੋ ਪ੍ਰਕਾਰ ਦੀ ਸਮਾਧੀ ਸਿਆਣੇ ਲੋਕ ਦੱਸਦੇ ਆ, ਨਿਰਵਿਕਲਪ ਤੇ ਸਾਵਿਕਲਪ ਸਮਾਧੀ। ਇਹਦੇ ਵਿੱਚ ਜਿਹੜਾ ਵਿਸ਼ਵ ਅਭਿਮਾਨੀ ਜੀਵ ਹੈ ਉਹ ਸਮਾਧੀ ਵਿੱਚ ਕੰਮ ਕਰਦਾ ਹੈ। ਸਮਾਧ ਮੂਰ ਛਾਤੀਨ ਅਵਸਥਾ। ਹੁਣ ਅੱਗੇ ਸਵਾਲ ਚੱਲਿਆ ਸੀ ਤੁਰਿਆ ਕੀ ਹੈ। ਹੁਣ ਤੁਰਿਆ ਬਾਰੇ ਦੱਸਦੇ ਨੇ। ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਏ। ਜਿਹੜੀ ਤੁਰਿਆ ਦੀ ਖੇਡ ਹੈ, ਚੌਥੀ ਅਵਸਥਾ, ਜਿਹਨੂੰ ਚੌਥੀ ਭੂਮਿਕਾ ਵੀ ਕਿਹਾ, ਤੁਰਿਆ ਪਾਦ, ਚੌਥਾ ਪਾਦ, ਜਿਹਦੇ ਬਾਰੇ ਗੁਰਬਾਣੀ ਚ ਮਹਾਰਾਜ ਜੀ ਨੇ ਕਈ ਵਾਰੀ ਜ਼ਿਕਰ ਕੀਤਾ। ਚੌਥੇ ਪਾਦ ਦੀ ਗੱਲ ਕੀਤੀ ਹੈ ਨਾ, ਜਾਗਰਤ ਸੁਪਨ ਸੁਖੋਪਤੀ ਤੋਂ ਪਰੇ। ਹੁਣ ਉਹਦੀ ਤੁਰਿਆ ਦੀ ਬਾਤ ਦੱਸਦੇ ਆ। ਸੁਣੋ ਵੀ ਗੁਰਸਿੱਖੋ, ਤੁਰਿਆ ਕੀ ਹੈ। ਤੁਰਿਆ ਕਹਿੰਦੇ ਨੇ ਸਮਾਧੀ, ਮੂਰਛਾ ਤੇ ਤਿੰਨ ਅਵਸਥਾਵਾਂ ਜਿਹੜੀਆਂ ਦੱਸੀਆਂ ਨੇ, ਜਾਗਰਤ, ਸੁਪਨ ਤੇ ਸੁਖੋਪਤੀ। ਇਹ ਜਿਹੜੀਆਂ ਤਿੰਨ ਅਵਸਥਾਵਾਂ ਦੱਸੀਆਂ ਨੇ, ਹਾਂਜੀ, ਸਭਨ ਪ੍ਰਕਾਸ਼ੈ ਭਾਵ ਅਭਾਵ। ਇਹਨਾਂ ਸਾਰੀਆਂ ਨੂੰ ਜਿਹੜਾ ਪ੍ਰਕਾਸ਼ਦਾ, ਇਹਨਾਂ ਦੇ ਭਾਵ ਅਭਾਵ ਨੂੰ ਜਾਣਦਾ, ਉਹਨੂੰ ਕਹਿੰਦੇ ਨੇ ਤੁਰਿਆ। ਕਿਉਂਕਿ ਜਦੋਂ ਜਾਗਰਤ ਵਿੱਚ ਅਸੀਂ ਬੈਠੇ ਆ, ਮੈਂ ਜਾਗਰਤ ਨੂੰ ਜਾਣਨੇ ਵਾਲਾ, ਮੈਂ ਸਵਪਨ ਨੂੰ ਜਾਣਨੇ ਵਾਲਾ, ਜਾਂ ਫਿਰ ਮੈਂ ਸੁਖੋਪਤੀ ਨੂੰ ਜਾਣਨੇ ਵਾਲਾ,
ਇਹਦੇ ਅੰਦਰ ਜਿਹੜੇ ਉੱਠਣ ਵਾਲੇ ਭਾਵ ਤੇ ਅਭਾਵ ਨੇ ਉਹਨਾਂ ਨੂੰ ਜਾਣਨ ਵਾਲਾ ਹਾਂ। ਉਸ ਅਵਸਥਾ ਵਿੱਚ ਜਾ ਕੇ ਟਿਕ ਜਾਣਾ ਉਹਨੂੰ ਕਹਿੰਦੇ ਨੇ ਤੁਰੀਆ। ਉਹਨੂੰ ਤੁਰੀਆ ਕਹਿੰਦੇ। ਜਿਵੇਂ ਸੁਖੋਪਤੀ ਵਿੱਚ ਪ੍ਰਾਕਿਰਤਿਕ ਸਮਾਧੀ ਹੁੰਦੀ, ਜਿਹੜੀ ਗੂੜੀ ਨੀਂਦ ਹੁੰਦੀ, ਇਹ ਵੀ ਸਮਾਧੀ ਹੁੰਦੀ ਹੈ, ਉਹਨੂੰ ਪ੍ਰਕਿਰਤਿਕ ਸਮਾਧੀ ਬੋਲਦੇ ਨੇ। ਪ੍ਰਕਿਰਤਿਕ ਸਮਾਧੀ ਜਦੋਂ ਗੂੜੀ ਨੀਂਦ ਚਲੇ ਗਏ, ਪਰ ਉਹਦੇ ਵਿੱਚ ਸਾਨੂੰ ਪਤਾ ਨਹੀਂ ਹੈ ਵੀ ਅਸੀਂ ਕਿੱਥੇ ਪਏ ਆ। ਪਰ ਜਿਹੜੀ ਆਹ ਸਮਾਧੀ ਹੈ, ਜਿਹੜੀ ਉੱਪਰ ਦੱਸੀ ਹੈ, ਨਿਰਵਿਕਲਪ ਤੇ ਸਾਵਿਕਲਪ ਸਮਾਧੀ, ਉਹ ਨਿਰਵਿਕਲਪ ਸਮਾਧੀ ਵਿੱਚ ਪਤਾ ਹੁੰਦਾ ਵੀ ਮੈਂ ਕੀ ਹਾਂ। ਗੂੜੀ ਨੀਂਦ ਵਿੱਚ ਤਾਂ ਪਤਾ ਹੀ ਨਹੀਂ ਮੈਂ ਕੀ ਹਾਂ, ਕਿੱਥੇ ਪਿਆ। ਪਰ ਸਮਾਧੀ ਦੇ ਵਿੱਚ ਇੰਨਾ ਪਤਾ ਹੁੰਦਾ ਵੀ ਮੈਂ ਕੀ ਹਾਂ, ਮੇਰਾ ਸਵਰੂਪ ਕੀ ਹੈ। ਉਹ ਜਿਹੜਾ ਸਾਖਸ਼ੀ ਰੂਪ ਹੈ ਨਾ, ਤੁਰੀਆ ਪਦ ਵਾਲਾ, ਜਿਹੜਾ ਉਹਨਾਂ ਸਾਰੀਆਂ ਅਵਸਥਾਵਾਂ ਨੂੰ ਜਾਣਦਾ ਹੈ, ਜਿਹੜਾ ਇਹਨਾਂ ਸਾਰੀਆਂ ਅਵਸਥਾਵਾਂ ਨੂੰ ਭਾਵਾਂ ਨੂੰ ਜਾਣਨੇ ਵਾਲਾ ਹੈ, ਇਹਨਾਂ ਨੂੰ ਪ੍ਰਕਾਸ਼ਣੇ ਵਾਲਾ ਹੈ। ਨਿਜ ਅਨਸੂਤ ਸਭਿਨ ਮੈਂ ਦੇਖੈ। ਉਹ ਆਪਣਾ ਆਪ ਇਹਨਾਂ ਵਿੱਚ ਤਾਣੇ ਪੇਟੇ ਵਾਂਗੂ ਲਪੇਟਿਆ ਵੇਖਦਾ। ਅਨਸੂਤ ਦਾ ਮਤਲਬ ਇਹਨਾਂ ਵਿੱਚ ਮਿਲਿਆ ਹੋਇਆ ਆਪਣੇ ਆਪ ਨੂੰ ਵੇਖਦਾ ਹੈ। ਹਾਂ ਹੀ ਪਿਖਨ ਹਾਰ ਉਰ ਲਿਆਵ। ਉਹਨੇ ਆਪਣੇ ਹਿਰਦੇ 'ਚ ਲਿਆਵੇ ਵੀ ਮੈਂ ਹੀ ਵੇਖਦਾ, ਮੈਂ ਜਾਗਦਾ ਹਾਂ, ਮੈਂ ਹੀ ਵੇਖਦਾ ਹਾਂ ਕਿ ਮੈਂ ਸੁਪਨੇ ਵਿੱਚ ਹਾਂ, ਮੈਂ ਹੀ ਵੇਖਦਾ ਕਿ ਮੈਂ ਸੁਖੋਪਤੀ ਵਿੱਚ ਹਾਂ, ਮੈਂ ਹੀ ਵੇਖਦਾ ਕਿ ਮੈਂ ਸਮਾਧੀ ਵਿੱਚ ਹਾਂ। ਕਹਿੰਦੇ ਉਹ ਜਿਹੜਾ ਉਹਨਾਂ ਸਾਰਿਆਂ ਨੂੰ ਵੇਖਣ ਵਾਲਾ ਹੈ, ਉੱਥੇ ਪਹੁੰਚ ਗਿਆ ਟਿਕਾਣੇ ਤੇ, ਦ੍ਰਿਸ਼ਟਾ ਬਣ ਕੇ ਉਹਦੇ ਸਾਹਮਣੇ ਚਾਰੇ ਚੀਜ਼ਾਂ ਵੱਖਰੀਆਂ ਵੱਖਰੀਆਂ ਦਿਸ ਰਹੀਆਂ ਨੇ, ਉਹ ਆਪਣੇ ਆਪ ਨੂੰ ਉਹਦੇ 'ਚ ਮਿਲਿਆ ਹੋਇਆ ਵੇਖ ਰਿਹਾ, ਉਹਨੂੰ ਕਹਿੰਦੇ ਨੇ ਤੁਰੀਆ। ਇਸ ਕਰਕੇ ਰੱਬ ਦੇ ਪਿਆਰੇ ਗੁਰਮੁਖ ਜੇ ਸੁੱਤੇ ਪਏ ਵੀ ਹੋਣ ਸਰੀਰ ਕਰਕੇ, ਉਹ ਸੁੱਤੇ ਪਏ ਵੀ ਜਾਗਦੇ ਹੁੰਦੇ ਆ, ਕਿਉਂਕਿ ਉੱਥੇ ਵੀ ਉਹ ਪ੍ਰਕਾਸ਼ ਰਹੇ ਨੇ, ਉਹ ਵੇਖ ਰਹੇ ਨੇ ਕਿ ਆਹ ਸਰੀਰ ਸੁੱਤਾ ਪਿਆ। ਉਹਨਾਂ ਅੰਦਰ ਉੱਥੇ ਵੀ ਉਹ ਜਾਗਰਤੀ ਰਹਿੰਦੀ ਹੈ, ਸਰੀਰ ਦੀ ਪ੍ਰਕਿਰਿਆ ਚੱਲ ਰਹੀ ਹੈ, ਪਰ ਉਹਨਾਂ ਅੰਦਰ ਉਹ ਤੁਰੀਆ ਪਦ ਇਹਨੂੰ ਕਹਿੰਦੇ ਆ। ਜਿਵੇਂ ਕਹਿੰਦੇ ਨਾ, ਉਠਤ ਬੈਠਤ ਸੋਵਤ ਜਾਗਤ, ਇਹੋ ਮਨ ਤੁਝ ਹੈ ਚਿਤਾਰੈ। ਹੁਣ ਸੁੱਤੇ ਪਿਆ ਕਿਵੇਂ ਚਿਤਾਰੇ? ਸੁੱਤੇ ਪਏ ਨੂੰ ਵੀ ਇਹ ਗਿਆਨ ਹੈ ਕਿ ਮੈਂ ਆਤਮਾ ਸਵਰੂਪ ਆ, ਇਹਨੂੰ ਪ੍ਰਕਾਸ਼ਣੇ ਵਾਲਾ, ਇਹਦੇ ਤੋਂ ਨਿਆਰਾ, ਇਹਦੇ ਤੋਂ ਵੱਖਰਾ ਹਾਂ, ਉਹਨੂੰ ਤੁਰੀਆ ਪਦ ਕਹਿੰਦੇ ਹਨ। ਜਾਗਰਤ ਥੂਲ ਬਿਰਤ ਸੋ ਮਿਲ ਕੇ। ਕਹਿੰਦੇ ਜਦੋਂ ਮੈਂ ਜਾਗਦਾ ਹਾਂ ਉਦੋਂ ਥੂਲ ਬਿਰਤੀ ਨਾਲ ਮਿਲ ਕੇ, ਸੁਪਨੇ ਸੂਖਮ ਬਿਰਤ ਮਿਲਾਵ। ਜਦੋਂ ਸੁਪਨੇ ਵਿੱਚ ਹੁੰਨਾ ਉਦੋਂ ਸੂਖਸ਼ਮ ਬਿਰਤੀ ਦੇ ਕਰਕੇ ਇਹਦੇ ਵਿੱਚ ਮਿਲਦਾ ਹਾਂ। ਬਿਰਤ ਅਵਿਦਿਆ ਸੁਖਪਤ ਮਹਿਮਿਲ। ਜਦੋਂ ਗੂੜੀ ਨੀਂਦ ਹੁੰਦੀ ਆ ਉਦੋਂ ਕਾਰਨ ਦੇਹ ਦੇ ਵਿੱਚ, ਅਵਿਦਿਆ ਦੇ ਵਿੱਚ ਮਿਲ ਕਰਕੇ ਮੈਂ ਵੇਖਦਾ ਹਾਂ। ਪਿਖ ਹੈ ਜੋ ਤੁਰੀਆ ਅਵਸਥਾ ਗਾਵ। ਜਿਹੜਾ ਉਸ ਜਾਗਰਤ ਵਿੱਚ ਵੇਖਦਾ, ਸਥੂਲ ਵਿੱਚ ਵੇਖਦਾ, ਤੇ ਜਾਂ ਫਿਰ ਸੁਖੋਪਤੀ ਵਿੱਚ ਵੇਖਦਾ, ਸੁਪਨ ਦੇ ਵਿੱਚ ਵੇਖਦਾ, ਕਹਿੰਦੇ ਉਹ ਮੇਰਾ ਸਵਰੂਪ ਹੈ। ਦੋਹਰਾ ਨਿਰਵਿਕਲਪਤਾ ਤੇ ਰਹਿਤ, ਸਭ ਮਹਿ ਮੋਹਿ ਸਰੂਪ। ਇਹਨੂੰ ਗੁਰੂ ਖਾਲਸਾ ਜੀ ਤੁਰੀਆ ਅਵਸਥਾ ਕਹਿੰਦੇ ਆ। ਜਿਹੜਾ ਜਾਗਰਤ ਨੂੰ ਵੀ ਜਾਣਦਾ, ਜਿਹੜਾ ਸਵਪਨ ਨੂੰ ਵੀ ਜਾਣਦਾ ਤੇ ਸੁਖੋਪਤੀ ਨੂੰ ਵੀ ਜਾਣਦਾ। ਜਾਗਰਤ ਵਿੱਚ ਥੂਲ ਬਿਰਤੀ ਦੇ ਵਿੱਚ ਵਿਆਪਕ ਹੈ, ਸਵਪਨ ਦੇ ਵਿੱਚ ਸੂਖਸ਼ਮ ਬਿਰਤੀ ਵਿੱਚ ਵਿਆਪਕ ਹੈ, ਔਰ ਸੁਖੋਪਤੀ ਦੇ ਵਿੱਚ ਅਵਿਦਿਆ, ਕਿਉਂਕਿ ਉੱਥੇ ਤਾਂ ਅਵਿਦਿਆ ਹੀ ਹੈ ਨਾ, ਕਾਰਨ ਸਰੀਰ ਅਵਿਦਿਆ ਦਾ ਹੁੰਦਾ, ਉਹਦੇ ਵਿੱਚ ਵੀ ਉਹਦਾ ਦ੍ਰਿਸ਼ਟਾ ਬਣ ਕੇ ਉਹਨੂੰ ਵੇਖ ਰਿਹਾ। ਕਹਿੰਦੇ ਇਹਨੂੰ ਤੁਰੀਆ ਅਵਸਥਾ ਕਹਿੰਦੇ ਨੇ। ਇੱਥੇ ਪਹੁੰਚ ਕੇ ਤੁਰੀਆ ਪਦ ਬਣਦਾ। ਫਿਰ ਦੱਸਦੇ ਨੇ ਨਿਰਵਿਕਲਪਤਾ ਤੇ ਰਹਿਤ ਸਭ ਮੈਂ ਮੋਹੇ ਸਵਰੂਪ। ਜਿਹੜੀ ਨਿਰਵਿਕਲਪ ਸਮਾਧੀ ਹੈ, ਜਾਂ ਇਹ ਜਿੰਨੇ ਵੀ ਸਰੂਪ ਸਮਾਧੀ ਦੇ ਦੱਸੇ ਨੇ, ਇਹਦੇ ਵਿੱਚ ਮੇਰਾ ਹੀ ਸਰੂਪ ਹੈ। ਤੁਰੀਆ ਅਵਸਥਾ ਜਾਣੀਏ, ਤੁਰੀਆ ਤਤ ਅਨੂਪ। ਇਹ ਤੁਰੀਆ ਅਵਸਥਾ ਹੈ, ਇਦਾਂ ਕਹਿ ਲਈਏ ਵੀ ਇਹ ਤਤ ਹੈ, ਜਿਵੇਂ ਮੱਖਣ ਹੁੰਦਾ ਨਾ ਦੁੱਧ ਚੋਂ ਕੱਢਿਆ ਹੋਇਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਪਰ ਦੱਸੀਆਂ ਨੇ, ਉਹਦਾ ਤਤ ਹੈ, ਨਿਚੋੜ ਹੈ, ਉਹ ਹੈ ਤੁਰੀਆ ਪਦ, ਤੁਰੀਆ ਅਵਸਥਾ। ਬਾਕੀ ਉੱਪਰ ਜੋ ਕੁਝ ਵੀ ਦੱਸਿਆ, ਚਾਹੇ ਉਹ ਜਾਗਰਤ ਸੁਪਨ ਸੁਖੋਪਤੀ ਦੱਸੀ, ਉਹਦੇ ਵਿੱਚ ਜਿਹੜਾ ਨਿਚੋੜ ਹੈ ਨਾ, ਜਿਹੜਾ ਸਾਰਿਆਂ ਦਾ ਦੁੱਧ ਪਿਆ ਹੋਇਆ, ਦੁੱਧ ਦੇ ਵਿੱਚ ਜਿਹੜਾ ਨਿਚੋੜ ਹੈ, ਉਹਦਾ ਮੱਖਣ ਜਦੋਂ ਕੱਢ ਲਓ ਪਿੱਛੇ ਸਪਰੇਟਾ ਫੋਕਾ ਰਹਿ ਜਾਂਦਾ। ਉਹ ਮੱਖਣ ਤੋਂ ਬਿਨਾਂ ਦੁੱਧ ਕਾਹਦਾ, ਕਿਸੇ ਕੰਮ ਦਾ ਨਹੀਂ ਹੈ। ਭਾਵੇਂ ਕਿ ਉਹਦੇ ਹੋਰ ਕਈ ਰੂਪ ਬਣਾ ਲਏ ਗਏ ਹਨ, ਪਰ ਵਾਸਤਵਿਕ ਰੂਪ ਦੇ ਵਿੱਚ ਉਹਦਾ ਤੱਤ ਜਿਹੜਾ ਹੈ ਉਹ ਮੱਖਣ। ਏਦਾਂ ਜਿਹੜੀ ਤੁਰੀਆ ਅਵਸਥਾ ਹੈ ਨਾ, ਉਹ ਤੱਤ ਹੈ ਇਹਨਾਂ ਸਾਰੀਆਂ ਅਵਸਥਾਵਾਂ ਨੂੰ ਜਾਣਦੀ ਹੈ। ਉਹ ਜਾਗਰਤ ਨੂੰ ਵੀ ਜਾਣਦਾ ਹੈ, ਉਹ ਸਵਪਨ ਤੇ ਸੁਖੋਪਤੀ ਨੂੰ ਵੀ ਜਾਣਦਾ ਹੈ,
ਉਹਨੂੰ ਜਿਹੜਾ ਜਾਣਨੇ ਵਾਲਾ, ਉਹਦਾ ਜਿਹੜਾ ਸਾਖਸ਼ੀ ਹੈ, ਔਰ ਇਹਦੇ ਤੇ ਨਿਆਰਾ ਹੋ ਕੇ ਵੱਖਰਾ ਹੋ ਕੇ ਰਹਿ ਕੇ ਉਹਨੂੰ ਵੇਖਦਾ ਹੈ, ਮਿਲਿਆ ਹੋਇਆ ਵੀ ਹੈ ਤੇ ਵੱਖਰਾ ਹੋ ਕੇ ਵੀ ਵੇਖਦਾ ਹੈ, ਉਹਨੂੰ ਤੁਰਿਆ ਕਹਿੰਦੇ ਹਨ। ਇਹ ਤੁਰਿਆ ਪਦ ਦੀ ਅਵਸਥਾ ਬਾਰੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਦੱਸਿਆ। ਅੱਗੇ ਸਿੱਖਾਂ ਪੁੱਛਿਆ ਸੀ ਵੀ ਜੀਵ ਕਿਸ ਨੂੰ ਕਹਿੰਦੇ ਹੈ, ਜੀਵ ਕੀ ਹੈ ਤੇ ਈਸ਼ ਕੀ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। तीन व्याप है जगत को, तीन व्याप है जगत को, तीन व्याप है जगत को, तीन व्याप है जगत को। तुरिया पावै कोय, तुरिया पावै कोय, तुरिया पावै कोय। वाहिगुरु 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 वाहिगुरु। हे अच्युत हे पार ब्रह्म, अविनाशी अगनाश, हे पुरन हे सर्वमय, दुख भंजन गुणतास, हे संगी हे निरंकार, हे निर्गुण सब टेक, हे गोविंद हे गुण निधान, जाकै सदा विवेक, हे अपरंपर हर हरे, है पी होवन हार, संतः कै सदा संग, निधारा आधार, ठाकुर हो दासरो, मैं निर्गुण गुण नहीं कोई, नानक दीजा नाम दान, राखो इह परोए, आए प्रभ शरणागति, कृपा निधु दयाल, एक अखर हर मन बस्त, नानक होत निहाल, वाहिगुरु नाम जहाज है, चढ़े सो उतरे पार, जो शरदा कर से बंदे, गुर पार उतारन हार, वाहिगुरु नाम जहाज है, चढ़े सो उतरे पार, जो शरदा कर से बंदे, गुर पार उतारन हार। वाहिगुरु जी का खालसा, वाहिगुरु जी की फतेह।